बार बार जगदीशा जिसमें है अमृत ज्ञान है, भगत बरात श्री गुरु ग्रंथ साहिब उदद एक ओंकार सतगुरु प्रसाद सच होए। वाहिगुरु जी की विघ्न विनाशन सोए। वाहिगुरु जी की फतेह है विघ्न विनाशन सोए। सतनाम श्री वाहिगुरु साहिब जीओ। तुम कालू मम पिता सम रहयो इहाँ करताम। नानक जननी आन हो पाखे बैन जराम। वाहिगुरु जी का खालसा वाहिगुरु जी की फतेह। परम सत्कारयोग सतगुਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੰਧਿਆ ਦੇ ਦੀਵਾਨ ਆਰੰਭ ਹੋਏ ਨੇ। ਵੱਡਿਆਂ ਭਾਗਾਂ ਵਾਲੀ ਰੂਹਾਂ ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਜੀ ਦੇ ਦਰ ਘਰ ਦੇ ਦੀਦਾਰ ਕੀਤੇ ਹੈ, ਸੋ ਮਹਾਰਾਜ ਜੀ ਦੇ ਬਚਨ ਨੇ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ। ਕਹਿੰਦੇ ਇੱਕ ਸੰਗਤ ਹੀ ਐਸੀ ਬਖਸ਼ਿਸ਼ ਵਾਲੀ ਥਾਂ ਹੈ ਜਿੱਥੇ ਰਸ ਆਉਂਦਾ ਹੈ। ਬਾਕੀ ਜਿੱਥੇ ਮਰਜੀ ਬੰਦਾ ਰਵੇ ਬਵੇ ਉੱਠੇ ਉੱਥੇ ਬੇਰਸੀ ਹੈ, ਕਿਉਂਕਿ ਦੁਨਿਆਵੀ ਜ਼ਿੰਦਗੀ ਗਿਲਵੇ ਸ਼ਿਕਵਿਆਂ ਨਾਲ ਭਰੀ ਹੈ। ਕਈ ਵਾਰੀ ਬੰਦਾ 200 ਕਿਲੋਮੀਟਰ ਚੱਲ ਕੇ ਰਿਸ਼ਤੇਦਾਰ ਕੋ ਜਾਂਦਾ ਹੈ ਕਿ ਆਪਣੇ ਨਾ ਬਵਾਂਗੇ, ਪਤਾ ਨਹੀਂ ਉੱਥੇ ਕੀ ਗੱਲ ਹੋ ਜਾਣੀ, ਪਰੇਸ਼ਾਨ ਹੋ ਕੇ ਮੁੜਨਾ ਪੈਂਦਾ। ਤਾਂ ਕਰਕੇ ਮਹਾਰਾਜ ਜੀ ਕਹਿੰਦੇ ਇੱਕ ਸੰਗਤ ਐਸੀ ਬਖਸ਼ਿਸ਼ ਹੈ ਜਿੱਥੇ ਰਸ ਹੀ ਰਸ ਹੈ, ਇੱਥੇ ਕਦੇ ਬੇਰਸੀ ਨਹੀਂ ਹੁੰਦੀ। ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਕਹਿੰਦੇ ਮਹਾਰਾਜ ਦਾ ਨਾਮ ਜਦੋਂ ਮਿਲਦਾ ਨਾ, ਪ੍ਰਗਾਸ ਚਾਨਣ ਹੋ ਜਾਂਦਾ। ਤੇ ਜਦੋਂ ਚਾਨਣ ਹੋਵੇ ਤੇ ਹਰ ਇੱਕ ਚੀਜ਼ ਦੀਦੀ ਹੈ। ਹਨੇਰੇ 'ਚ ਤਾਂ ਆਪਣਾ ਰੱਖਿਆ ਹੋਇਆ ਪ੍ਰਸ਼ਾਦਾ ਨਹੀਂ ਨਜ਼ਰ ਆਉਂਦਾ। ਆਪਾਂ ਲੈ ਰੋਟੀ ਖਾਂਦੇ ਲਾਈਟ ਚੱਲ ਜੇ, ਆਖੀਦਾ ਲਾਈਟ ਜਗਾਓ ਵੀ ਸਬਜ਼ੀ ਨਹੀਂ ਦੀਦੀ, ਪ੍ਰਸ਼ਾਦਾ ਨਹੀਂ ਨਜ਼ਰ ਆ ਰਿਹਾ, ਹਾਲਾਂਕਿ ਬਹੁਤ ਨੇੜੇ ਹੈ। ਤੋ ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਈ ਜਿੰਨਾ ਚਿਰ ਗੁਰਬਾਣੀ ਨਹੀਂ ਤੇਰੀ ਜ਼ਿੰਦਗੀ 'ਚ ਉਹਨਾਂ ਹਨੇਰੇ 'ਚ ਹੀ ਤੁਰਿਆ ਫਿਰਦਾ। ਜਦੋਂ ਗੁਰਬਾਣੀ ਆਉਂਦੀ ਹੈ ਤੇ ਫਿਰ ਚਾਨਣ ਆਉਂਦਾ। ਮਿਲ ਜਨ ਨਾਨਕ ਨਾਮ ਪ੍ਰਗਾਸ। ਨਾਮ ਦੇ ਨਾਲ ਚਾਨਣ ਹੁੰਦਾ ਹੈ ਤੇ ਚਾਨਣ ਦੇ ਵਿੱਚ ਫਿਰ ਪਤਾ ਲੱਗਦਾ ਕਿ ਮੈਂ ਕੌਣ, ਮੇਰੇ ਨਾਲ ਕੌਣ ਹੈ, ਮੇਰਾ ਕੌਣ ਹੈ, ਮੈਂ ਕੀ ਕਰਦਾ, ਇਹ ਸਾਰਾ ਚਾਨਣ ਹੋ ਜਾਂਦਾ। ਮੇਰੀ ਉਮਰ ਕਿੰਨੀ ਹੋ ਗਈ ਆ, ਮੇਰੇ ਮਾਂ ਪਿਓ ਕਿੱਥੇ ਚਲੇ ਗਏ ਆ, ਇਹ ਧਰਤੀ ਕੀ ਹੈ, ਇੱਥੇ ਬੰਦੇ ਕੀ ਲੈਣ ਆਏ, ਇਹ ਚਾਨਣ ਹੈ। ਤੇ ਜਿਹਨੂੰ ਚਾਨਣ ਹੋ ਗਿਆ ਫਿਰ ਉਹਦੀ ਸਮਾਧੀ ਆਪੇ ਲੱਗਣੀ, ਤੇ ਜਿਹੜਾ ਹਨੇਰੇ 'ਚ ਤੁਰੇ ਉਹ ਤੇ ਫਿਰ ਕੰਧਾਂ 'ਚ ਹੀ ਵੱਜੂ। ਤੇ ਇਸ ਕਰਕੇ ਜਿਨ੍ਹਾਂ ਦੀ ਜ਼ਿੰਦਗੀ 'ਚ ਗੁਰਬਾਣੀ ਦਾ ਚਾਨਣ ਨਹੀਂ, ਉਹ 80-90 ਸਾਲ ਦੀ ਜ਼ਿੰਦਗੀ ਵੀ ਕੰਧਾਂ 'ਚ ਵੱਜਦੇ। ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਖੂਹ ਦੇ ਉੱਤੇ ਬੈਲ, ਪੁਰਾਣੇ ਬਜ਼ੁਰਗ ਉਹਨਾਂ ਦੀਆਂ ਅੱਖਾਂ 'ਤੇ ਖੋਪੇ ਲਾ ਦਿੰਦੇ ਸੀ, ਤੇ ਉਹ ਬੈਲ ਟੱਲੀ ਗਲ 'ਚ ਵੱਜੀ ਜਾਣੀ, ਉਹਨਾਂ ਤੁਰੀ ਜਾਣਾ। ਤੇ ਬੈਲ ਨੂੰ ਭੁਲੇਖਾ ਹੁੰਦਾ ਸੀ ਵੀ ਬੜੀ ਦੂਰ ਆ ਗਿਆ, ਤੇ ਜਦੋਂ ਸ਼ਾਮਾਂ ਨੂੰ ਘਰ ਨੂੰ ਜਾਣਾ ਤੇ ਉਹ ਖੋਪੇ ਅੱਖਾਂ ਤੋਂ ਲਾਹ ਦੇਣੇ ਤੇ ਬੈਲ ਉੱਥੇ ਦਾ ਉੱਥੇ ਖੜੋਤਾ। ਇਸੇ ਤਰ੍ਹਾਂ ਆਪਣੀ ਉਮਰ ਵੱਧਦੀ ਜਾਂਦੀ ਆ, ਪਦਾਰਥ ਵੱਧਦੇ ਜਾਂਦੇ ਆ, ਪਰ ਜ਼ਿੰਦਗੀ ਉੱਥੇ ਖੜੋਤੀ ਆ। ਰੂਹਾਨੀਅਤ ਨਹੀਂ ਪ੍ਰਾਪਤ ਹੋਈ। ਜਿੱਦਾਂ ਦਾ 5 ਸਾਲਾਂ ਦਾ ਬੱਚਾ ਜਿੱਦ ਕਰਦਾ ਸੀ ਨਾ ਗੁਰੂ ਘਰ, ਅੱਜ 50 ਦਾ ਹੋ ਗਿਆ ਤਾਂ ਵੀ ਜਿੱਦ ਕਰਦਾ। ਜਿੱਦਣ 25 ਦਾ ਜਿੱਦ ਕਰਦਾ ਸੀ, ਅੱਜ 75 ਦਾ ਹੋ ਗਿਆ, ਜਿੱਦ ਉੱਥੇ ਹੀ ਹੈ। तो इस करके पता लगता है कि रूहानियत उत्थे ही खड़ोती है।
ਸੁਭਾਅ ਉਸੇ ਤਰ੍ਹਾਂ ਦਾ ਹੈ। ਇਸ ਕਰਕੇ ਮਹਾਰਾਜ ਜੀ ਨੇ ਆਪਾਂ ਨੂੰ ਚਾਨਣ ਦਿਖਾਇਆ, ਤੇ ਜਿਹਨੂੰ ਚਾਨਣ ਦਿਸ ਪਿਆ ਉਹ ਕਹਿੰਦਾ ਬਈ ਚਲੋ ਚੱਲੀਏ ਸੰਗਤ 'ਚ, ਨਹਾ ਧੋ ਕੇ ਘਰੇ ਵੀ ਬੈਠੇ ਰਹਿਣਾ, ਕਿਉਂਕਿ ਉਹਨੂੰ ਪਤਾ ਲੱਗ ਗਿਆ ਵੀ ਇੱਥੇ ਹੈ ਨਹੀਂ ਕੁਛ। ਤੇ ਜਿਹਨੂੰ ਨਹੀਂ ਪਤਾ ਲੱਗਾ ਉਹ ਜਾਣ ਵਾਲੇ ਨੂੰ ਵੀ ਕਹਿੰਦਾ ਅੱਜ ਰਹਿਣ ਦੇ, ਆ ਜਾ ਮੇਰੇ ਨਾਲ ਮੰਜਾ ਹੀ ਬਣਾ ਦੇ, ਵੀ ਕੱਲ ਨੂੰ ਚੱਲ ਜੀ। ਕੱਲ ਨੂੰ ਕਹਿੰਦੇ ਥੋੜਾ ਜਿਹਾ ਰਹਿ ਗਿਆ, ਅੱਧਾ ਕਰ ਲਈਏ। ਪਰਸੋਂ ਨੂੰ ਕਹਿੰਦੇ ਪੈਂਦ ਵਾਲਾ ਪਾਸਾ ਏ। ਕਰਦਿਆਂ 7-8 ਦਿਨ ਉਹਦੇ ਗੁਰੂ ਤੋਂ ਤੋੜਤੇ, ਤੇ 8ਵੇਂ ਦਿਨ ਨੂੰ ਵੈਸੇ ਵੀ ਮੰਜੀ ਆਉਣਦਿਆਂ ਰੱਬ ਦੇ ਨਾਲੋਂ ਪਿਆਰ ਟੁੱਟ ਜਾਂਦਾ। ਤਾਂ ਕਰਕੇ ਮਹਾਰਾਜ ਕਹਿੰਦੇ ਸੀ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੋਰ ਇਸੇ ਤਰ੍ਹਾਂ ਤੁਸੀਂ ਨੋਟ ਰੱਖਿਓ, ਜਦੋਂ ਪਿੱਛੇ ਹੋਈਏ ਆਪਾਂ ਹੁੰਦੇ ਦੂਰ ਹੋ ਜਾਈਦਾ। ਇਸ ਕਰਕੇ ਮਹਾਰਾਜ ਨੂੰ ਤਾਂ ਪਤਾ ਸੀ, ਤਾਂ ਮਹਾਰਾਜ ਨੇ ਆਖਿਆ ਸੀ ਅਣ ਦਿਨ ਸਾਹਿਬ ਸੇਵੀਐ ਅੰਤ ਛਡਾਏ। ਅਣ ਦਿਨ ਦੇ ਅਰਥ ਹੈ ਵੀ ਨਾਗਾ ਨਹੀਂ ਪਾਉਣਾ। ਜਿੱਦਣ ਮਹਾਰਾਜ ਦੇ ਸਾਹਿਬਜ਼ਾਦੇ ਸ਼ਹੀਦ ਹੁੰਦੇ ਐ, ਸਾਰੇ ਸਿੰਘ ਟੁੱਟ ਗਏ ਸੀ ਅੰਦਰੋਂ ਵੀ ਅੱਜ ਗੁਰੂ ਗੋਬਿੰਦ ਸਿੰਘ ਪੱਕਾ ਰੋਣਗੇ, ਕਿਉਂਕਿ ਅੱਜ ਬਹੁਤ ਵੱਡਾ ਘਾਟਾ ਹੈ। ਪਰ ਹੈਰਾਨੀ ਹੋਈ ਜਦੋਂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਬਾਪੂ ਕਹਿੰਦੇ ਦਇਆ ਸਿੰਘਾ ਅੱਜ ਕੀ ਗੱਲ ਹੈ, ਤੈਨੂੰ ਚੇਤਾ ਨਹੀਂ? ਆਸਾ ਦੀ ਵਾਰ ਦਾ ਟਾਈਮ ਲੰਘਣ ਦਿਆ ਤੇ ਤੂੰ ਚੇਤਾ ਨਹੀਂ ਕਰਾਇਆ। ਕਹਿੰਦੇ ਮਹਾਰਾਜ ਮੈਂ ਤਾਂ ਅੱਗੇ ਸੋਚਦਾ ਸੀ ਅੱਜ ਰਹਿਣ ਨਾ ਦਈਏ। ਮਾਰੇ ਕਹਿੰਦੇ ਕਿਉਂ? ਕਹਿੰਦੇ ਪਾਤਸ਼ਾਹ ਅੱਜ ਤਾਂ ਅੰਦਰ ਟੁੱਟ ਗਿਆ। ਮੈਂ ਹੱਥਾਂ ਦੇ ਨਾਲ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਨੂੰ ਮੋਢਿਆਂ ਤੇ ਖਿਡਾਉਂਦਾ ਸੀ, ਹੱਥਾਂ ਦੇ ਨਾਲ ਲੁਕਣ ਮੀਚੀ ਚ ਲੱਭਦਾ ਸੀ। ਅੱਜ ਮੇਰੇ ਵੇਂਦਿਆਂ ਮੇਰੇ ਲਾਲਾਂ ਨੂੰ ਸੀਨੇ ਨੂੰ ਤੀਰਾਂ ਨੇ ਵਿੰਨ ਕੱਤਿਆ। ਅੱਜ ਨਹੀਂ ਮੈਨੂੰ ਬਾਣੀ ਆਉਂਦੀ ਤੇ ਨਾ ਵਾਹਿਗੁਰੂ। ਆਪਾਂ ਵੀ ਘਰ 'ਚ ਦੁੱਖ ਹੋਏ ਬੜੇ ਨਿਤਨੇਮ ਛੱਡ ਦਿੰਦੇ, ਪਰ ਗੁਰੂ ਨੂੰ ਪਤਾ ਸੀ। ਮਾਰੇ ਕਹਿੰਦੇ ਨਾ ਦਇਆ ਸਿੰਘਾ, ਬਾਣੀ ਕਹਿੰਦੀ ਜਾਂ ਸੁਖ ਦੇ ਤਾਂ ਤੁਝੈ ਅਰਾਧੀ, ਦੁਖ ਵੀ ਤੁਝੈ ਧਿਆਈ। ਦੇ ਜੇ ਸੁਖ ਦੇ ਤਾਂ ਇਤ ਹੀ ਰਾਜਾ, ਦੁਖ ਵਿੱਚ ਸੁਖ ਮਨਾਈ। ਨਾ ਦਇਆ ਸਿੰਘਾ, ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਆਉਂਦੀ, ਤੇਰੇ ਘਰ ਸੁੱਖ ਹੋਵੇ ਤਾਂ ਵੀ ਨਾ ਭੁੱਲੀ, ਤੇ ਦੁੱਖ ਹੋਵੇ ਤਾਂ ਵੀ ਨਾ ਭੁੱਲੀ। ਜੇ ਅੱਜ ਮੈਂ ਭੁੱਲ ਗਿਆ ਤੇ ਫਿਰ ਪਤਾ ਨਹੀਂ ਲੰਮਾ ਹੀ ਵਿਛੋੜਾ ਪੈ ਜਾਣਾ। ਇਸ ਕਰਕੇ ਮਹਾਰਾਜ ਨੂੰ ਪਤਾ ਸੀ, ਕਿਉਂਕਿ ਕਲਯੁਗ ਦਾ ਪ੍ਰਭਾਵ ਬੜਾ ਤਕੜਾ ਜੀ। ਕਲਯੁਗ ਤੇ ਕਹਿੰਦਾ ਮਾੜੀ ਜੀ ਗੰਢ ਛੱਡ ਤੇ ਮੈਂ ਵਿੱਚ ਆਵਾਂ। ਤਾਈ ਤਾਂ ਬਾਬੇ ਫਰੀਦ ਸਾਹਿਬ ਦਾ ਤਜਰਬਾ 36 ਸਾਲ ਕਮਾਈ ਕਰਕੇ ਕਹਿੰਦੇ ਫਰੀਦਾ ਜੇ ਜਾਣਾ ਲੜ ਛਿਜਣਾ। ਜੇ ਤੈਨੂੰ ਦੀਦਾ ਨਾ ਕਿ ਮੈਂ ਗੁਰੂ ਤੋਂ ਦੂਰ ਹੁੰਦਾ ਜਾਨਾ ਏ ਤੇ ਭੀੜੀ ਪਾਈ ਗੰਢ ਕਸਲਾ ਗੰਢ ਨੂੰ। ਇਸ ਕਰਕੇ ਸਾਧ ਸੰਗਤ ਜੀ ਆਪ ਸੰਗਤਾਂ ਪਿਆਰ ਦੇ ਵਿੱਚ ਅੱਜ ਪੁਰਾਤਨ ਯਾਦ ਆਈ। ਆਓ ਸਾਰੇ ਪਿੱਛੇ ਬੋਲਿਓ। ਫਿਰ ਮਹਾਰਾਜ ਦੇ ਵਿਆਹ ਦੇ ਬਚਨ ਚੱਲ ਰਹੇ ਆ। ਬੇਬੇ ਨਾਨਕੀ ਜੀ, ਭਾਈਆ ਜੈ ਰਾਮ ਜੀ ਤੇ ਗੁਰੂ ਨਾਨਕ ਸਾਹਿਬ ਦੇ ਪਿਤਾ। ਆਓ ਜੀ। ਧੰਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ, ਧੰਨ ਹੈ। ਧੰਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ, ਧੰਨ ਹੈ। ਧੰਨ ਹੈ ਸ੍ਰੀ ਗੁਰੂ ਅੰਗਦ ਦੇਵ ਜੀ, ਧੰਨ ਹੈ। ਧੰਨ ਹੈ ਸ੍ਰੀ ਗੁਰੂ ਅੰਗਦ ਦੇਵ ਜੀ, ਧੰਨ ਹੈ। ਧੰਨ ਹੈ ਸ੍ਰੀ ਗੁਰੂ ਅਮਰਦਾਸ ਜੀ, ਧੰਨ ਹੈ। ਧੰਨ ਹੈ ਸ੍ਰੀ ਗੁਰੂ ਅਮਰਦਾਸ ਜੀ, ਧੰਨ ਹੈ। ਧੰਨ ਹੈ ਸ੍ਰੀ ਗੁਰੂ ਰਾਮਦਾਸ ਜੀ, ਧੰਨ ਹੈ। ਧੰਨ ਹੈ ਸ੍ਰੀ ਗੁਰੂ ਰਾਮਦਾਸ ਜੀ, ਧੰਨ ਹੈ। ਧੰਨ ਹੈ ਸ੍ਰੀ ਗੁਰੂ ਅਰਜਨ ਦੇਵ ਜੀ, ਧੰਨ ਹੈ। ਧੰਨ ਹੈ ਸ੍ਰੀ ਗੁਰੂ ਅਰਜਨ ਦੇਵ ਜੀ, ਧੰਨ ਹੈ। ਧੰਨ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਧੰਨ ਹੈ। ਧੰਨ ਹੈ ਸ੍ਰੀ ਗੁਰੂ ਹਰਗੋਬਿੰਦ ਜੀ, ਧੰਨ ਹੈ।
ਧਨ ਹੈ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਧਨ ਹੈ। ਧਨ ਹੈ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਧਨ ਹੈ। ਧਨ ਹੈ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਧਨ ਹੈ। ਧਨ ਹੈ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਧਨ ਹੈ। ਧਨ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਧਨ ਹੈ। ਧਨ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਧਨ ਹੈ। ਧਨ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਧਨ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਧਨ ਹੈ। ਧਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ। ਧਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ। ਸਾਧ ਸੰਗਤ, ਇਹ ਸਾਡੇ ਘਰਾਂ 'ਚ ਪੁਰਾਣੇ ਬਜ਼ੁਰਗ ਜਪਦੇ ਸੀ। ਆ ਕੋਈ ਇੰਟਰਵਿਊ ਕਿਸੇ ਲਈ ਜੋੜਾ ਘਰ 5-7 ਦੀ ਅੰਮ੍ਰਿਤ ਛਕਿਆ ਉਹਨਾਂ ਤੇ ਮੈਂ ਇੱਕ ਅੱਗੇ ਕਰਕੇ ਕਹਿੰਦੇ ਭੈਣ ਜੀ 5 ਪਿਆਰਿਆਂ ਦੇ ਨਾਂ ਦੱਸੋ। ਬੀਬੀ ਕਹਿੰਦੀ ਭੈਣੇ ਮੈਨੂੰ ਨਹੀਂ ਆਉਂਦੇ। ਇੱਕ ਬੰਦਾ ਜਵਾਨ ਜਿਹਾ ਉਹਨੂੰ ਕਹਿੰਦੇ ਬਾਪੂ ਤੂੰ ਦੱਸ ਦੇ। ਉਹਨੂੰ 2 ਜਣਿਆਂ ਫੜਿਆ, ਬਾਹਾਂ ਛਡਾ ਕੇ ਭੱਜ ਗਏ। ਤੇ ਇਹ ਕਿਉਂ ਹੁੰਦਿਆ? ਕਹਿੰਦੇ ਕਿੰਨੇ ਸਾਲ ਹੋ ਗਏ ਅੰਮ੍ਰਿਤ ਛਕੇ ਨੂੰ? ਕਹਿੰਦੇ 40 ਸਾਲ। ਕਹਿੰਦੇ 4 ਸਾਹਿਬਜ਼ਾਦਿਆਂ ਦੇ ਨਾਂ? ਕਹਿੰਦੇ ਜੀ ਚੇਤਾ ਭੁੱਲ ਗਿਆ। ਤੇ ਮੈਂ ਕਿਹਾ ਕਿਤੇ ਇਹਨਾਂ ਨੂੰ ਪੁੱਛ ਲਓ, ਪਿੰਡ ਦੇ ਬਾਰੇ ਸਾਰਾ ਦੱਸਣਗੇ। ਇਹੋ ਜਿਹੀ ਗੱਲ ਨੂੰ ਤੇ ਮਿੰਟ ਲਾਉਂਦੇ ਕਿਤੇ ਗੁਰਦੁਆਰੇ 'ਚ ਹੋਏ ਸੀ। ਆਖੋ ਸਤਿਨਾਮ ਵਾਹਿਗੁਰੂ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਘਰ 'ਚ ਬਜ਼ੁਰਗ ਜਪਦੇ ਸੀ ਰਾਤ ਨੂੰ। ਉਦੋਂ TV ਨਹੀਂ ਸੀ, ਮੋਬਾਇਲ। ਸਾਡੇ ਦਾਦੀਆਂ ਦਾਦਿਆਂ ਨੇ ਇਹ ਸ਼ਬਦ ਪੜ੍ਹਨੇ, ਬੱਚਿਆਂ ਨੂੰ ਕਹਿਣਾ ਪਿੱਛੇ ਬੋਲੋ। ਤੇ ਜਿਹਦੇ ਘਰ 'ਚ 10 ਗੁਰੂ ਧੰਨ ਧੰਨ ਕਹਿ ਕੇ ਪੁਕਾਰੇ ਜਾਣ, ਉਹਦਾ ਘਰ ਵੀ, ਉਹਦਾ ਅੰਦਰ ਵੀ, ਉਹਦਾ ਸਰੀਰ ਵੀ, ਉਹਦੀ ਜ਼ੁਬਾਨ ਵੀ, ਉਹਦਾ ਵਿਹੜਾ ਵੀ। ਤੇ ਗੁਰਬਾਣੀ ਨੇ ਬਹੁਤ ਵੱਡੀ ਦਾਤ ਦਿੱਤੀ। ਕਹਿੰਦੇ ਤਾਰਿਆ ਜਹਾਨ ਲਹਿਆ ਵਿਮਾਨ, ਜਿਨੀ ਦਰਸ਼ਨ ਪਾਇਆ ਜਿਨੀ ਤੁਧ ਨੂੰ ਧਨ ਕਹਿਆ, 3 ਜਮ ਨੇੜ ਨਾ ਆਇਆ। ਸਤਿ ਸ਼੍ਰੀ ਅਕਾਲ। ਮਹਾਰਾਜ ਕਹਿੰਦੇ ਕੋਈ ਧਨ ਐਵੇਂ ਨਹੀਂ, ਕਿਸੇ ਬੰਦੇ ਦਾ ਨਾਂ ਲੈ ਦੋ ਧਨ ਕਹਿ ਕੇ ਅਗਲਾ ਖੁਸ਼ ਹੋ ਜਾਂਦਾ। ਤੋ ਇਸ ਕਰਕੇ ਮੇਰੇ ਪਾਤਸ਼ਾਹ ਦਾ ਆਪਾਂ ਸਾਰਿਆਂ ਨੇ ਘਰੇ ਵੀ ਕਰਿਆ ਕਰੋ, ਕਿਉਂਕਿ ਧਨ ਮੁੱਕ ਗਈ। ਹੁਣ ਤਾਂ ਕੁਛ ਹੋਰ ਹੀ ਹੈ, ਹਾਏ ਹਾਏ ਆ। ਤੋ ਇਸ ਕਰਕੇ ਧਨ ਸ਼ਬਦ ਮਹਾਰਾਜ ਦੀ ਬਾਣੀ ਕਹਿੰਦੀ ਹੈ ਧਨ ਜਨ ਆਇਆ। ਤੋ ਇਸ ਕਰਕੇ ਧਨ ਸ਼ਬਦ ਦੇ ਨਾਲ ਜਾਮ ਛੱਡ ਜਾਂਦੇ ਹਨ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਮ ਕਾਲੂ ਮਮ ਪਿਤਾ ਸਮ ਰਹਿਓ ਨਿਹਾ ਕਰਤਾਮ। ਤੇ ਕੱਲ ਆਪਾਂ ਸਰਵਣ ਕੀਤਾ ਸੀ ਕਿ ਮਹਿਤਾ ਕਲਿਆਣ ਦਾਸ ਜੀ ਕਹਿੰਦੇ ਬੇਬੇ ਨਾਨਕੀ ਨੂੰ ਪੁੱਤ ਤੇਰੇ ਵਰਗੀ ਧੀ ਤੇ ਜੈ ਰਾਮ ਵਰਗਾ ਜਵਾਈ ਕਿਸਮਤ ਨਾ ਮਿਲਦਾ। ਤੇ ਕੱਲ ਵੀ ਅਰਜ਼ ਕੀਤੀ ਵੀ ਜਿਹਦੀ ਧੀ ਸੁਖੀ ਉਹਦਾ ਜੱਗ ਸੁਖੀ ਹੁੰਦਾ। ਤੋ ਇਸ ਕਰਕੇ ਇਹਨਾਂ ਵਿਚਾਰੀਆਂ ਦਾ ਹੋਰ ਕੋਈ ਦੁੱਖ ਨਹੀਂ ਹੁੰਦਾ। ਇਹ ਕਿਹੜਾ ਵੱਧ ਰੋਟੀਆਂ ਖਾਂਦੀਆਂ ਉੱਠ ਕੇ, ਪਰ ਉਦੋਂ ਦੁੱਖ ਹੁੰਦਾ ਜਦੋਂ ਧੀ ਦੁਖੀ ਹੋਏ, ਮਾੜੇ ਟੱਕਰ ਜਾਣ ਅੱਗੇ। ਤੋ ਇਸ ਕਰਕੇ ਪਿਤਾ ਦੇ ਮੁਖ ਚੋਂ ਸੀਸ ਨਿਕਲੀ, ਕਹਿੰਦੇ ਨਾਨਕੀ ਤੂੰ ਧੰਨ ਹੈ, ਤੇਰਾ ਸਹੁਰਾ ਵੀ, ਤੇਰੀ ਸੱਸ ਵੀ ਤੇ ਤੇਰਾ ਪਤੀ ਵੀ। ਤੂੰ ਬੜੇ ਕਰਮਾਂ ਵਾਲੀ ਆ ਮੇਰੀ ਧੀ, ਜਿਹਨੂੰ ਏਦਾਂ ਦਾ ਪਰਿਵਾਰ ਮਿਲਿਆ। ਅਸੀਂ ਵੀ ਧੰਨ, ਕਿਉਂਕਿ ਚੰਗਿਆਂ ਨਾਲ ਚੰਗੇ ਬਣੇ ਆ। ਕਿਉਂਕਿ ਚੰਗਾ ਭੈਣ ਭਰਾ ਮਿਲ ਜੇ ਤੇ ਇੱਜ਼ਤ ਬਣਦੀ, ਮਾੜਾ ਮਿਲ ਜੇ ਤੇ ਜਲੂਸ ਕੱਢ ਦਿੰਦਾ। ਤੋ ਇਸ ਕਰਕੇ ਸਾਧ ਸੰਗਤ ਚੰਗੇ ਨੇ ਪਰਦਾ ਢੱਕਣਾ ਆਪਣੇ ਦਾ, ਵੀ ਮੇਰਾ ਵਾ ਇਹਦਾ ਪਰਦਾ ਹੈ, ਜੇ ਮਾੜਾ ਵਾ ਤੇ ਉਹਨੇ ਬਦਨਾਮੀ ਕਰ ਦੇਣੀ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਦਾਤੇ ਹੈ। ਇਸ ਕਰਕੇ ਮਹਿਤਾ ਕਲਿਆਣ ਦਾਸ ਕਹਿੰਦੇ ਬੇਬੇ ਮੈਂ ਤੇਰੇ ਵੱਲੋਂ ਬੜਾ ਸੁਖੀ ਹਾਂ। ਇਹਨਾਂ ਕਹਿੰਦੇ ਨਾ ਆਮ ਜੀ ਗੱਲ ਵੀ ਧੀਆਂ ਦੇ ਘਰੋਂ ਠੰਡੀ ਹਵਾ ਆਉਣੀ ਚਾਹੀਦੀ ਹੈ। ਤੋ ਇਸ ਕਰਕੇ ਤੇ ਕਰਮਾਂ ਨਹੀਂ ਆਉਂਦੀ ਭਾਈ, ਕਿਉਂਕਿ ਮੈਂ ਇਹਨਾਂ ਚੀਜ਼ਾਂ ਚੋਂ ਨਿਕਲਿਆ, ਬਹੁਤ ਔਖਾ ਹੋ ਜਾਂਦਾ ਜੀ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਦਾਤੇ ਦੇ ਪਿਤਾ ਮਹਿਤਾ ਕਲਿਆਣ ਦਾਸ ਜੀ
ਬੜੇ ਪਿਆਰ ਨਾਲ ਸਲਾਹ ਰਹੇ। ਤੇ ਫਿਰ ਅੱਗੋਂ ਭਾਈਆ ਜੈ ਰਾਮ ਜੀ ਕਹਿਣ ਲੱਗੇ, ਜੀ ਤੁਸੀਂ ਏਦਾਂ ਕਿਉਂ ਬੋਲਦੇ ਹੋ? ਤੈਨੂੰ ਘਰ ਵਾਲਾ ਬਹੁਤ ਚੰਗਾ ਮਿਲਿਆ ਕਿ ਮੈਂ ਤੁਹਾਡਾ ਪੁੱਤ ਨਹੀਂ ਆ? ਮੈਂ ਤੁਹਾਡਾ ਵੱਡਾ ਪੁੱਤਰ ਹੈ। ਵੈਸੇ ਤਾਂ ਵੱਡਾ ਸਭ ਤੋਂ ਨਾਨਕ ਹੈ, ਪਰ ਤੁਹਾਡੀ ਨਜ਼ਰ 'ਚ ਮੈਂ ਆ। ਪਰ ਜੇ ਪੁੱਤ ਵੱਡਾ ਕਹਿੰਦੇ ਹੋ ਨਾ, ਤੇ ਇਕੱਲਾ ਕਹਿ ਹੀ ਨਾ ਛੱਡਿਓ, ਫਿਰ ਤੁਸੀਂ ਮੇਰੇ ਘਰ ਹੀ ਰਹੋ। ਹੁਣ ਰਾਏ ਭੋਜ ਦੀ ਤਲਵੰਡੀ ਜਾਣੋ, ਰਹਿਣ ਦਿਓ, ਬਸ ਮੇਰੇ ਕੋਲ ਰਹੋ। ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦੇਵਾਂਗਾ। ਨਾਨਕ ਜਨਨੀ ਆਨਹੁ ਪਾਖੀ ਬੈਨ ਜਰਾਮ। ਹੋਰ ਕਹਿੰਦੇ ਹਨ ਭਾਈਆ ਜੈ ਰਾਮ ਜੀ ਅੱਗੋਂ ਚੁੱਪ ਕਰ ਗਏ ਕਲਿਆਣ ਦਾਸ, ਤੇ ਹੱਥ ਜੋੜ ਕੇ ਕਹਿੰਦੇ, ਮੈਨੂੰ ਪਤਾ ਬਾਪੂ ਜੀ ਤੁਹਾਨੂੰ ਬੇਬੇ ਦਾ ਖਿਆਲ ਹੈ, ਕਿਉਂਕਿ ਕੱਲੀ ਮਾਤਾ ਤ੍ਰਿਪਤਾ ਹੀ ਰਹਿ ਗਈ ਨਾ ਘਰੇ। ਬੇਬੇ ਵੀ ਆ ਗਈ ਤੇ ਬਾਬਾ ਵੀ ਆ ਗਿਆ ਤੇ ਬਾਪੂ ਵੀ ਆ ਗਿਆ, ਤੇ ਚਾਰ ਤੇ ਜੀ ਆਖੋ ਸਤਨਾਮ। ਤੇ ਇਸ ਕਰਕੇ ਸਾਧ ਸੰਗਤ ਜੀ ਕਿੰਨਾ ਪਿਆਰਾ ਜਜਮਾਨ ਹੈ ਮਹਿਤਾ ਕਲਿਆਣ ਦਾਸ ਦਾ। ਹੱਥ ਜੋੜ ਕੇ ਕਹਿੰਦਾ ਹੈ ਕਿ ਪਿਤਾ ਜੀ ਤੁਸੀਂ ਇੱਥੇ ਰਹੋ। ਤੇ ਜੇ ਬੇਬੇ ਬਿਨਾਂ ਦਿਲ ਨਹੀਂ ਲੱਗਦਾ, ਕਿਉਂਕਿ ਰਿਸ਼ਤਿਆਂ 'ਚ ਹੱਸੀ ਦਾ ਨਾ ਆਪਾਂ, ਕਹਿੰਦੇ ਜੇ ਬੇਬੇ ਬਿਨਾਂ ਨਹੀਂ ਦਿਲ ਲੱਗਦਾ ਤੇ ਭਾਖੇ ਬੈਣ ਜੈ ਰਾਮ, ਕਹਿੰਦੇ ਫਿਰ ਮੈਂ ਜਾ ਕੇ ਉਹਨਾਂ ਨੂੰ ਵੀ ਲੈ ਆਉਣਾ। ਏਦਾਂ ਤਾਂ ਮੋਤੀ ਪੁੰਨ ਕੀਤੇ ਹੁਣ ਫੇਰ ਹੀ ਧੀ ਜਵਾਈ ਲੱਭਦੇ ਐ। ਅੱਜ ਵੀ ਬਹੁਤ ਮਾਂ ਪਿਓ ਨੂੰ ਧੀਆਂ ਲੈ ਗਈਆਂ, ਉਹ ਸਾਂਭਣ ਦਈਆਂ ਹਨ। ਹਾਂਜੀ, ਤੋ ਇਸ ਕਰਕੇ ਮੈਂ ਰੋਜ਼ ਬੇਨਤੀ ਕਰਦਾ ਹਾਂ ਕਿ ਇਹ ਗੱਲ ਵੱਖਰੀ ਹੈ ਵੀ ਜਦੋਂ ਵੀ ਲੋਕੀ ਅਰਦਾਸ ਕਰਾਉਂਦੇ ਕਹਿੰਦੇ ਬਾਬਾ ਜੀ ਮੁੰਡਾ ਹੋਏ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਸਾਰੇ ਮੁੰਡੇ ਹੋ ਗਏ ਤੇ ਜੰਮਣਾ ਕਿੰਨੇ ਕਿਸੇ ਨੂੰ? ਤਾਂ ਹੀ ਲਿਖਿਆ ਨਾ ਮਹਾਰਾਜ ਕਹਿੰਦੇ ਭੰਡ ਜੰਮੀਐ, ਕਹਿੰਦੇ ਧੀ ਜੰਮ। ਅਗਲੀ ਪੰਕਤੀ 'ਚ ਕਹਿੰਦੇ ਭੰਡ ਨਿੰਮੀਐ, ਕਹਿੰਦੇ ਜੇ ਧੀ ਜੰਮੇਗਾ ਤੇ ਭਲਕੇ ਤੇਰੀ ਧੀ ਕਿਸੇ ਨੂੰ ਜਨਮ ਦਊ। ਦੁੱਧ ਨਹੀਂ ਪੀਣਾ ਮਾਂ ਦਾ, ਨਿੰਮਣ ਦਾ ਅਰਥ ਹੈ ਦੁੱਧ ਪੀਣਾ। ਭੰਡ ਜੰਮੀਐ ਭੰਡ ਨਿੰਮੀਐ, ਭੰਡ ਮੰਗਣ, ਕਹਿੰਦੇ ਭਲਕੇ ਜਿਹੜਾ ਮੁੰਡਾ ਜੰਮੇ ਉਹਨੂੰ ਕੰਧ ਨਾ ਵਿਆਹੁਣਾ ਹੀ ਕਿ ਰੁੱਖ ਨਾ ਵਿਆਹੁਣਾ ਹੀ, ਉਹਦੇ ਲਈ ਬੱਚੀ ਚਾਹੀਦੀ ਹੈ। ਪਹਿਲੋਂ ਕਿੰਨਾ ਹੀ ਬਾਣੀ ਪਿਆਰੀ ਹੈ ਨਾ, ਭੰਡ ਜੰਮੀਐ, ਕਹਿੰਦੇ ਧੀ ਜੰਮੀ। ਤੇ ਜੰਮਣ ਵਾਲੇ ਨੇ ਪੁੱਛਿਆ ਕਾਤੋਂ? ਤੇ ਫਿਰ ਮਹਾਰਾਜ ਕਹਿੰਦੇ ਭੰਡ ਨਿੰਮੀਐ, ਕਹਿੰਦੇ ਕਿਉਂ? ਕਾਤੋਂ ਦਾ ਮਤਲਬ ਕੀ? ਤੈਨੂੰ ਨਹੀਂ ਕਿਸੇ ਜੰਮਿਆ, ਤੇਰੀ ਮਾਂ ਨੇ ਜੰਮਿਆ ਨਾ, ਦੁੱਧ ਪੀਂਦਾ ਰਿਹਾ। ਫਿਰ ਕਹਿੰਦੇ ਭੰਡ ਮੰਗਣ ਵੀ ਆਹੋ, ਵੀ ਆ ਜਿਹੜੀ ਤੇਰੀ ਘਰ ਵਾਲੀ ਆ ਇਹ ਵੀ ਤਾਂ ਕਿਸੇ ਦੀ ਧੀ ਆ। ਉਹ ਤਾਂ ਲਾਵਾਂ ਕਰਾਉਣ ਵੇਲੇ ਤੇ ਬੜੀ ਛੇਤੀ ਕਹਿੰਦਾ ਸੀ ਐਨੂੰ ਮੂੰਹ ਕਰਕੇ ਫੋਟੋ ਖਿਚਾਓ, ਇਹ ਵੀ ਕਿਸੇ ਦੀ। ਜੇ ਇਹ ਕਿਸੇ ਦੀ ਧੀ ਹੈ ਤੇ ਅੱਜ ਇਹਦੇ ਘਰ ਧੀ ਆ ਗਈ ਤੇ ਤੂੰ ਦੁਖੀ ਕਿਉਂ ਹੋਇਆ? ਆਮ ਹੀ ਸੰਸਾਰ ਹੈ ਤੁਮਾਰੇ। ਕਹਿੰਦੇ ਭੰਡ ਮੰਗਣ ਵੀ ਆਹੋ, ਭੰਡੋਂ ਹੋਵੇ ਦੋਸਤੀ। ਕਹਿੰਦੇ ਜਦੋਂ ਕਿਤੇ ਬੰਦਾ ਇਕੱਲਾ ਹੁੰਦਾ ਹੈ ਤੇ ਉਹਨੂੰ ਜੀਵਨ ਸਾਥੀ ਦੀ ਦੋਸਤੀ ਹੁੰਦੀ ਹੈ, ਕਿਉਂਕਿ ਪਤੀ ਨਾਰਾਜ਼ ਹੋਵੇ, ਪਰੇਸ਼ਾਨ ਹੋਵੇ ਨਾ, ਤੇ ਪਤਨੀ ਏਦਾਂ ਦੀ ਨੇਕ ਹੋਵੇ ਵੀ ਦੋ ਪਿਆਰ ਦਾ ਸਿਰ ਤੇ ਹੱਥ ਰੱਖ ਕੇ ਜਲ ਛਕਾ ਦੇ ਨਾ, ਸਾਰਾ ਗੁੱਸਾ ਹੀ ਭੰਡੋਂ ਹੋਵੇ ਦੋਸਤੀ। ਤੋ ਇਸ ਕਰਕੇ ਕਹਿੰਦੇ ਭੰਡੋਂ ਚੱਲੇ ਰਾਹੋ ਦਾ ਅਰਥ ਹੈ ਵੀ ਪੀੜੀ, ਧੀਆਂ ਨਾ ਚੱਲਣੀ ਹੈ, ਕਿਉਂਕਿ ਬੱਚਾ ਤੇ ਮਾਂ ਨੇ ਪੈਦਾ ਕਰਨਾ ਹੈ ਨਾ। ਤੋ ਇਸ ਕਰਕੇ ਬਾਣੀ 'ਚ ਸਾਫ਼ ਲਿਖਿਆ, ਵੇਖੋ ਆਪਾਂ ਉਹਦਾ ਸੰਗਦੇ ਨਾ ਵੀ ਇਹ ਕਿੱਦਾਂ ਦੇ ਬਚਨ ਹੈ, ਪਰ ਬਾਣੀ ਨੇ ਕੋਈ ਵੀ ਸਾਧ ਸੰਗਤ ਬਚਨ ਲੁਕਾਇਆ ਨਹੀਂ, ਸਾਰਾ ਕੁਝ ਸਾਡੇ ਅੰਗ ਤੇ। ਫਿਰ ਮਹਾਰਾਜ ਕਹਿੰਦੇ ਸੋ ਕਿਉਂ ਮੰਦਾ, ਕਹਿੰਦੇ ਕਦੇ ਧੀ ਨੂੰ ਮੰਦਾ ਨਾ ਕਹੋ। ਕਿਤੇ ਧੀ ਆ ਜੇ ਤੇ ਲੱਡੂ ਵੰਡ, ਜਲੇਬੀਆਂ ਵੰਡਿਆ ਕਰਨ ਨਾਰਾਜ਼ ਨਾ ਹੋਈ ਕਮਲਿਆ। ਧੀਆਂ ਨਕਸ਼ੇ ਬਦਲ ਦਿੰਦੀਆਂ, ਧੀਆਂ ਮੰਜੀ ਤੇ ਆ ਕੇ ਬਹਿੰਦੀਆਂ, ਧੀਆਂ ਪਾਸਾ ਥਲਦੀਆਂ, ਤੇ ਤੂੰ ਕਾਹਤੋਂ ਭੈੜੀ ਆਖਣਾ ਵੇਣਾ। ਤਾਂ ਕਰਕੇ ਅੱਜ ਬੇਬੇ ਜੀ ਕਹਿ ਰਹੀ ਬਾਪੂ ਜੀ ਵੇਖ ਲਓ, ਹੁਣ ਮੈਂ ਤੇ ਨਹੀਂ ਬੋਲੀ, ਤੁਹਾਡਾ ਜਜਮਾਨ ਹੀ ਬੋਲਿਆ, ਜਵਾਈ ਤੁਹਾਡਾ। ਕਹਿੰਦੇ ਬਾਪੂ ਜੀ ਤੁਸੀਂ ਰਹੋ, ਮੈਂ ਜਾ ਕੇ ਮਾਤਾ ਤ੍ਰਿਪਤਾ ਮਾਂ ਜੀ ਨੂੰ ਵੀ ਇੱਥੇ ਸੁਲਤਾਨਪੁਰ ਲੈ ਆਵਾਂਗਾ। ਕਹਿੰਦੇ ਫਿਰ ਪਟਵਾਰੀ ਸਾਹਿਬ ਬੋਲੇ, ਕਹਿੰਦੇ ਵਾਹ ਰੱਬਾ, ਰੱਬ ਕਰਕੇ ਏਦਾਂ ਦੀ ਧੀ ਜਵਾਈ ਸਾਰਿਆਂ ਨੂੰ ਦਈ, ਠੰਡੀ ਹਵਾ ਜਵਾਈ ਨਾ ਸਕੂਨ ਦੀ। ਕਹਿੰਦੇ ਬੇਟਾ ਤੁਹਾਡੇ ਪਿਆਰ ਦੀ ਕਦਰ ਕਰਦਾ, ਤੇ ਪਰ ਕੀ ਆ ਇੱਥੇ ਮੈਨੂੰ ਕੋਈ ਦੁੱਖ ਨਹੀਂ ਆ, ਕੋਈ ਚਿੰਤਾ ਨਹੀਂ ਤੁਹਾਡੇ ਘਰ ਰਹਿਣ ਦੀ।
ਤੇ ਫਿਰ ਅੱਗੋਂ ਪੁੱਛਦੇ ਨੇ ਜੇ ਚਿੰਤਾ ਨਹੀਂ ਦੁੱਖ ਨਹੀਂ ਤੇ ਫਿਰ ਰਹਿੰਦੇ ਕਿਉਂ ਨਹੀਂ ਹੋ। ਕਾਰ ਪਟਵਾਰੀ ਤਹਾਂ ਦੀਨੀ ਰਹੇ ਸਾਰੀ ਮਮ ਲੋਕ ਅਨਸਾਰੀ ਪੁਨ ਕੈਸੇ ਨਾ ਤਜਤ ਹਾਂ। ਕਹਿੰਦੇ ਫਿਰ ਸੁੱਖ ਵੀ ਸਾਰਾ ਕੁਝ ਹੈ ਤੇ ਫਿਰ ਰਹੋ, ਫਿਰ ਪਿਤਾ ਜੀ ਤੁਹਾਨੂੰ ਜਾਨ ਨਹੀਂ ਦੇਣਾ। ਤੇ ਉਸ ਵੇਲੇ ਪਟਵਾਰੀ ਮਹਿਤਾ ਕਲਿਆਣਦਾਸ ਕਹਿੰਦੇ ਨਹੀਂ ਬੇਟਾ ਨਾਨਕੀ, ਨਹੀਂ ਬੇਟਾ ਜੈ ਰਾਮ, ਮੈਨੂੰ ਤੰਗੀ ਕੋਈ ਨਹੀਂ, ਪਰ ਮੇਰੀ ਡਿਊਟੀ ਪਟਵਾਰੀ ਦੀ ਹੈ, ਮੇਰੇ ਕੋਲ ਸਾਰੇ ਇਲਾਕੇ ਦਾ ਹਿਸਾਬ ਕਿਤਾਬ ਹੈ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇਸ ਗਾਈ ਲਿਓ ਸ਼ਬਦ ਬੁਲਾਹੀ ਮੋਹੇ ਕੀਜੇ ਨਾ ਬਿਲੰਬ ਤੋਹਿ ਔਰ ਕਹਿਤ ਹਾਂ। ਹਾਂ ਕਹਿੰਦੇ ਤੁਸੀਂ ਬਸ ਸ਼ਗਨ ਦਾ ਪ੍ਰੋਗਰਾਮ ਕਰੋ ਤੇ ਸੁਨੇਹਾ ਭੇਜ ਦਿਓ ਤੇ ਮੈਂ ਉਸੇ ਵਕਤ ਹੀ ਆ ਜਾਵਾਂਗਾ, ਦੇਰੀ ਨਹੀਂ ਲਾਵਾਂਗਾ, ਬਸ ਤੂੰ ਝੱਟ ਬੁਲਾਈ ਤੇ ਮੈਂ ਝੱਟ ਆਈ। ਐਸੀ ਖਿੱਚ ਰੱਖਿਓ ਬਸ ਮੇਰੇ ਬੇਟੇ ਦਾ ਕਾਰਜ ਕਰ ਦਿਓ, ਕਿਸੇ ਤਰ੍ਹਾਂ ਮੇਰਾ ਨਾਨਕ ਪੈਸੇ ਜੋੜਨ ਲੱਗ ਪਏ। ਪਰ ਉਹਨੂੰ ਕੀ ਪਤਾ ਬਾਪੂ ਨੂੰ ਕਿ ਜਿਹਨੂੰ ਵਿਆਹ ਕੇ ਤੂੰ ਰੱਸੀ ਨਾ ਬੰਨਣਾ ਚਾਹਣਾ ਏ, ਉਹਨੇ ਵਿਆਹ ਤੋਂ ਬਾਅਦ ਘਰ ਹੀ ਛੱਡ ਜਾਣਾ। ਆਪੋ ਸਤਿਨਾਮ। ਜਦੋਂ ਮਾਰੇ ਚੱਲੇ ਸੀ ਨਾ ਗੁਰੂ ਕੇ ਬਾਗ ਤੋਂ ਬੇਬੇ ਦੇ ਘਰ, ਬੇਬੇ ਆ ਬੱਚਿਆਂ ਦਾ ਖਿਆਲ ਰੱਖੀ ਮੇਰਿਆਂ ਦਾ। ਬੇਬੇ ਨੇ ਪਾਲੇ ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਦਾਸ, ਇਤਿਹਾਸ ਪੜ੍ਹਿਓ ਕਿਤੇ। ਤੇ ਜਦੋਂ ਮਾਰੇ ਤੁਰਨ ਲੱਗੇ ਤੇ ਆਪਣੀ ਭੈਣ ਨੂੰ ਘੁੱਟ ਕੇ ਗਲ ਵਕੜੀ ਪਾ ਕੇ ਕਹਿੰਦੇ ਮੈਂ ਰੋਕਣ ਚੱਲਿਆ ਹਾਂ, ਵਗਦੀਆਂ ਜ਼ੋਰ ਜ਼ੁਲਮ ਦੀਆਂ ਵਾਈ, ਸੁਣ ਝੱਲੀਆਂ ਜਾਵਣ ਨਾ, ਸੁਣ ਕੇ ਮਜ਼ਲੂਮਾਂ ਦੀਆਂ ਧਾਈ, ਹੈ ਦਿਲ ਸੱਲਿਆ ਮੈਂ ਡੁੱਬਦੀ ਦੁਨੀਆ ਦੇ ਭੈਣੇ ਬੇੜੇ ਪਾਰ ਕਰਨ ਲਈ ਸੀ। ਤੇ ਬੇਬੇ ਜੀ ਅੱਗੋਂ ਪਤਾ ਕੀ ਕਹਿੰਦੀ, ਘੁੱਟ ਕੇ ਵੀਰ ਨੂੰ, ਪਿਆਰ ਕਰਿਆ ਕਰੋ ਭਾਈ, ਹੈ ਨਹੀਂ ਇੱਥੇ ਕੁਝ, ਗਿਲੇ ਸ਼ਿਕਵੇ ਦੂਰ ਕਰ ਦਿਓ ਸਾਰੇ, ਭੁਲਾ ਦਿਓ, ਛੱਡ ਦਿਓ, ਮੁਹੱਬਤ ਕਰੋ, ਬਾਣੀ ਪੜੋ। ਘੜੀ ਦਾ ਨਹੀਂ ਪਤਾ, ਸੁਪਨੇ ਆਪਾਂ ਕਈ ਬਣਾਏ ਹੁੰਦੇ, ਆਪਾਂ ਇੱਦਾਂ ਕਰਨਾ ਆਹ ਕਰਨਾ, ਪਰ ਬਾਣੀ ਕਹਿੰਦੀ ਜੋ ਮਨ ਚਿੱਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ ਹੋ ਜਾਣੀਆਂ ਫਿਰ। ਤੋਂ ਇਸ ਕਰਕੇ ਕਹਿੰਦੀ ਹੈ ਜੇ ਵੀਰਾ ਚੱਲਿਆ ਛੇਤੀ ਫੇਰ ਪਰਤ ਕੇ ਆਵੀਂ, ਇਸ ਤਪਦੇ ਸੀਨੇ ਨੂੰ ਵੀਰਾ ਠੰਡ ਆਣ ਕੇ ਪਾਵੀਂ, ਦਿਲੀ ਅਮੀਰਾ ਛੱਡ ਨਿੱਕਿਆਂ ਬਾਲਾਂ ਨੂੰ, ਕਿੱਧਰ ਤੂੰ ਤੁਰ ਪਿਓ ਨਾਨਕ ਵੀਰਾ। ਤੇ ਮਹਾਰਾਜ ਅੱਗੋਂ ਕਹਿੰਦੇ ਕਿਸੇ ਨੇ ਕਵਿਤਾ ਲਿਖਤੀ ਗੱਲਾਂ ਦੀ ਦੋ ਪਾਸਿਓਂ। ਮਹਾਰਾਜ ਕਹਿੰਦੇ ਅੱਜ ਲੱਖਾਂ ਲਾਲਾਂ ਦੇ ਫੜ ਕੇ ਵੇਚੇ ਪੁੱਤ ਜਲਾਦਾਂ, ਉਹ ਰੋਂਦੇ ਫਿਰਦੇ ਨੇ ਸੁਣਦੇ ਨਹੀਂ ਜ਼ਾਲਮ ਫਰਿਆਦਾਂ, ਜੋ ਬਣ ਢਲਿਆ ਮੈਂ ਡੁੱਬਦੀ ਦੁਨੀਆ ਦੇ ਬੇੜੇ ਪਾਰ ਕਰਨ ਲਈ ਚੱਲਿਆ। ਕਿੰਨਾ ਪਿਆਰ ਸੀ ਇੱਕ ਦੂਜੇ ਦਾ। ਸੰਗਤੇ ਜਿਨ੍ਹਾਂ ਦੇ ਪਿਆਰ ਦੀਆਂ ਕਥਾ ਹੋ ਰਹੀਆਂ, ਇਹਨੂੰ ਕਹਿੰਦੇ ਸੱਚਾ ਪਿਆਰ। ਸੱਚੇ ਪਿਆਰ ਦੀ ਕਥਾ ਹੋਣੀ, ਝੂਠੇ ਦਾ ਤਾਂ 2 ਦਿਨਾਂ ਬਾਅਦ ਖਤਮ ਹੋ ਜਾਂਦਾ ਹੈ। ਰੱਖੋ ਰਖਵਾਰੀ ਸਤ ਕਰੇ ਨਾ ਖਵਾਰੀ, ਤਨ ਦੀਜੇ ਮਤ ਆਪ ਤਾ ਕੀ ਚਿੰਤਾ ਮੈਂ ਰਹਿਤ ਹਾਂ। ਪਿਤਾ ਜੀ ਫੇਰ ਕਹਿੰਦੇ ਬੇਬੇ ਉਰੇ ਆ ਮੇਰਾ ਪੁੱਤ। ਜਦੋਂ ਤੁਰਦੇ ਨਾ ਕਹਿੰਦੇ ਰਹਿ ਚੱਲੇ, ਤੇ ਬੇਬੇ ਕਹਿੰਦੀ ਹੁਣ ਕੀ ਕਹਿਣਾ, ਲਾਗੇ ਕਰਕੇ ਕਹਿੰਦੇ ਇਹਦੀ ਨਿਗਾਹ ਰੱਖੀ। ਕੀ ਕਹਿੰਦੇ ਆ, ਰੱਖੋ ਰਖਵਾਰੀ ਸੁਤ ਕਰੇ ਨਾ ਖਵਾਰੀ ਤਨ, ਕਹਿੰਦੇ ਇਹਦੀ ਨਿਗਾਹ ਰੱਖੀ, ਏਦਾਂ ਕਰਿਆ ਕਰ ਵੀ ਸ਼ਾਮਾਂ ਨੂੰ ਜਾਇਆ ਕਰ ਹਟ ਸਾਹਿਬ ਤੇ। ਹੁਣ ਉਦਾਂ ਆਪਾਂ ਹਟ ਸਾਹਿਬ ਗਏ ਬੇਰ ਸਾਹਿਬ, ਪਰ ਆਹ ਆਨੰਦ ਨਹੀਂ ਆਉਣਾ ਜਿਹੜਾ ਕਥਾ 'ਚ। ਕਹਿੰਦੇ ਤੂੰ ਏਦਾਂ ਕਰਿਆ ਕਰ, ਸਾਰਾ ਦਿਨ ਇਹ ਕਮਾਈ ਕਰਦਾ ਤੇ ਕਿਹੜੇ ਟਾਈਮ ਵੰਡਦਾ। ਉਹ ਕਹਿੰਦੀ ਇਹ ਤਾਂ ਮੈਨੂੰ ਵੀ ਨਹੀਂ ਪਤਾ। ਕਹਿੰਦੇ ਰਾਖੋ ਰਖਵਾਰੀ ਸੁਤ ਕਰੇ ਨਾ ਖਵਾਰੀ ਤਨ, ਦੀਜੈ ਮੀਤ ਆਪ ਤਾ ਕੀ ਚਿੰਤਾ ਮੈਂ ਰਹਿਤ। ਕਹਿੰਦੇ ਤੂੰ ਸ਼ਾਮਾਂ ਨੂੰ ਜਾ ਕੇ ਨਾ ਜਿੰਨੇ ਵੀ ਇਹਨੇ ਕਮਾਏ ਹੋਣ ਉਹ ਕੱਢ ਲਿਆਇਆ ਕਰ। ਆਖੋ ਸਤਿਨਾਮ। ਪਰ ਬੇਬੇ ਨੂੰ ਪਤਾ ਸੀ ਵੀ ਉਹ ਜੋੜਦਾ ਹੀ ਨਹੀਂ। ਬਾਬਾ ਨਾਨਕ ਪਤਾ ਕੀ ਕਰਦਾ ਸੀ, ਜੇ ਮੰਨ ਲਓ ਕਿਸੇ ਨੇ 100 ਦੀ ਰਸਤ ਲਈ ਤੇ 100 ਦੀ ਰਸਤ ਦੇ ਵਿੱਚੋਂ 50 ਬਚਨੇ ਆ, ਪਤਾ ਹੁੰਦਾ ਦੁਕਾਨਦਾਰ ਨੂੰ, ਤੇ ਉਹਦੇ ਮਗਰ ਇੱਕ ਉਹ ਹੋਣਾ ਜਿਹਦੇ ਕੋਲ ਕੱਖ ਨਹੀਂ, ਉਹਨੇ ਵੀ ਆ ਕੇ ਕਹਿਣਾ ਦੇ ਦੇ ਬਾਬਾ, ਤੇ ਮਹਾਰਾਜ ਨੇ ਨਾਲ ਹੀ ਉਹਦੀ ਥਾਲੀ ਪਾ ਦੇਣੀ ਆਟੇ ਦੀ, ਤੇ ਜਿਹੜੇ 50 ਰੁਪਏ ਉਧਰੋਂ ਕਮਾਏ ਉਹਦੀ ਝੋਲੀ 'ਚ ਨਾਲ ਹੀ ਪਾ
ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਇਦਾਂ ਦੇ ਦਿਆਲੂ ਸੀ, ਇੱਕ ਹੱਥ ਲੈਂਦੇ ਤੇ ਦੂਜੇ। ਸੰਤ ਦੀ ਡੈਫੀਨੇਸ਼ਨ ਕਾਹਨ ਸਿੰਘ ਨਾਭਾ ਲਿਖਦਾ, ਕਹਿੰਦੇ ਸੱਸਾ ਉੱਤੇ ਟਿੱਪੀ ਅੱਧਾ ਗੰਗਾ ਤੇ ਤੱਤਾ ਵਿਆਕਰਨ ਦਾ, ਜਿਹੜਾ ਸੱਚ ਬੋਲੇ। ਸੱਚ ਵੈਸੇ ਕੌੜਾ ਹੁੰਦਾ, ਸੱਚ ਨੂੰ ਸੁਣਦਾ ਘੱਟ ਆ ਕੋਈ ਭਾਈ, ਪਰ ਕਹਿੰਦੇ ਜਿਹੜਾ ਸੱਚ ਬੋਲੇ ਤੇ ਨਿਮਰਤਾ ਅੱਤ ਦੀ ਰੱਖੇ, ਤੇ ਤੱਤਾ ਸ਼ਬਦ ਮਗਰ ਬਚ ਗਿਆ। ਤਿਆਗੀ ਇਦਾਂ ਦਾ ਹੋਵੇ ਵੀ ਉਹਦੀਆਂ ਜੇਬਾਂ 'ਚ ਰੁਪਈਆ ਨਾ ਨਿਕਲੇ, ਉਹਨੂੰ ਸੰਤ ਕਹਿੰਦੇ ਆ। ਅੱਜ ਤੇ ਸੱਪ ਵਾਂਗੂ ਬੈਠੇ ਸੰਤ ਮਾਇਆ ਤੇ, ਗਰੀਬ ਦਾ ਸੰਗ ਸੁੱਕਣ ਦੇ ਆਟੇ ਤੋਂ, ਤੇ ਸੰਤਾਂ ਦੀਆਂ ਖਰਬਾਂ ਦੀਆਂ ਪ੍ਰਾਪਰਟੀਆਂ, ਖਰਬਾਂ ਦੀਆਂ ਐਫਡੀਆਂ। ਕੋ ਸਤਨਾਮ। ਤੋ ਇਸ ਕਰਕੇ ਭਾਈ ਸੰਤ ਸੁੰਤ ਕੋਈ ਨਹੀਂ ਅੱਜ ਕੱਲ, ਵਿਰਲੇ ਐ। ਬਾਣੀ ਦੇ ਵਿੱਚ ਲਿਖਿਆ ਮਾਰੇ ਕਹਿੰਦੇ 3.5 ਧੋਤੀਆਂ ਤੇਰੇ ਪਾਇਣ ਤੱਗ, ਗਲੀ ਜਿਨ੍ਹਾਂ ਜਪਮਾਲੀਆਂ ਲੋਟੇ ਹੱਥ ਹੋਏ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਹੀ ਇਕੱਠੇ ਹੋਏ ਜਿਹੜੇ ਅਸਲ ਸੰਤ ਨੇ ਉਹ ਤਾਂ ਪੋਟਿਆਂ ਤੇ ਐ, ਪੋਟਿਆਂ ਤੇ ਗਿਣੇ ਜਾਣ ਵਾਲੇ ਆ, ਜਿਹੜੇ ਰੱਬੀ ਪਿਆਰ 'ਚ ਜੀਂਦੇ ਆ, ਤੇ ਉਹਨਾਂ ਦੀਆਂ ਕਥਾ ਜੁਗ ਜੁਗ ਹੋਣੀਆਂ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਤਾ ਜੀ ਕਹਿੰਦੇ ਖਿਆਲ ਰੱਖੀ ਬੇਬੇ, ਜੇ ਚੰਗੇ ਚੰਗੇ ਪੈਸੇ ਦਿਸਣ ਤੇ ਸਾਂਭ ਲਿਆ ਕਰ, ਨਿਗਾਹ ਰੱਖਣੀ ਇਹਦੀ। ਜਿੰਨੇ ਚਿਰ ਵਿਆਹ ਕਰਨਾ ਉਹਨੇ ਚਿਰ ਤੇ 4 ਜੋੜ ਲਓ, ਵਿਆਹ ਜੋਗੇ ਤਾਂ ਜੋੜਨਾ ਕਰ। ਨਾਨਕੀ ਬਣਤ ਸੁਨ ਬੈਨ ਮੇ ਜਨਕ, ਤੁਮ ਭਗਤ ਸਦੀਵ ਤਨ ਖੋਤ ਨਿਤ ਮੋਰੀਆ। ਤੋ ਕਹਿਣ ਲੱਗੇ ਬੇਬੇ ਜੀ ਕਿੰਨੇ ਸਿਆਣੇ ਸੀ, ਕਹਿੰਦੇ 7 ਬਚਨ ਬਾਪੂ ਜੀ। ਨਾਨਕੀ ਭਨਤ ਸੁਤ ਬੈਨ ਮੈਂ ਜਨਕ, ਸਾਰਾ ਬਚਨ ਇਸ ਸਿਆਣੇ ਬੱਚਿਆਂ ਦੀ ਨਿਸ਼ਾਨੀ ਹੁੰਦੀ ਵੀ ਕੰਮ ਕਰੋ ਭਾਵੇਂ ਨਾ, ਪਰ ਜਦੋਂ ਮਾਂ ਪਿਓ ਕਵੇ ਇੱਕ ਵਾਰੀ ਕਹਿ ਦਿਆ ਕਰੋ 7 ਵਜਣਾ। ਜਾਂ ਆਪਾਂ ਤੇ ਪੈਂਦਿਆਂ ਕਹੀਦਾ ਮੈਂ ਜਾਵਾਂ, ਤੇ ਤੁਹਾਡੇ ਹੱਥ ਟੁੱਟੇ ਆ, ਆਖੋ ਸਤਨਾਮ। ਤੋ ਇਸ ਕਰਕੇ ਮਹਾਰਾਜ ਦੀ ਸਿੱਖਿਆ ਕਥਾ 'ਚ ਇਹ ਮਿਲਦੀ ਵੀ ਕਿਸੇ ਦੇ ਕੰਮ ਭਾਵੇਂ ਨਾ ਕਰੀ, ਇੱਕ ਵਾਰੀ 7 ਵਚਨ ਕਹਿ ਕੇ ਹਿਰਦਾ ਠਾਰ ਦਿਆ ਕਰ, ਸੀਸਾ ਲੈ ਲਿਆ ਕਰ, ਬਦਦੁਆ ਨਾ ਲਈ ਕਿਸੇ ਦੀ, ਬਦਦੁਆ ਲੱਗ ਜਾਂਦੀ ਕਿਤੇ ਨਾ ਕਿਤੇ ਵੇਲੇ। ਤੋ ਇਸ ਕਰਕੇ ਸਾਧ ਸੰਗਤ ਜੀ ਬੇਬੇ ਜੀ ਕਿੰਨੇ ਕੁ ਸਿਆਣੇ ਨੇ, ਅੱਜ ਵੀ ਕਈਆਂ ਦੇ ਘਰਾਂ 'ਚ ਬੜੀਆਂ ਸਿਆਣੀਆਂ ਬੱਚੀਆਂ ਆਈਆਂ ਜਿਨ੍ਹਾਂ ਦੇ ਪਰਿਵਾਰ ਜੁੜੇ ਮਹਾਰਾਜ ਨਾਲ, ਤੇ ਕਈ ਤੇ ਭੂਤ ਨਹੀਂ ਆ, ਆਖੋ ਸਤਨਾਮ। ਉਹਨਾਂ ਨੂੰ ਕੋਈ ਪਤਾ ਨਹੀਂ ਵੀ ਸਾਡੇ ਘਰ ਕੋਈ ਆਇਆ ਗਿਆ, ਚਾਹ ਪਾਣੀ ਫੜਾਉਣਾ ਜਾਂ ਕੁਝ, ਉਹ ਤੇ ਆਪਦੇ ਕੱਪੜੇ ਤੇ ਬਸ ਵਾਲ ਹੀ ਨਹੀਂ ਰੋਕਵਾਉਂਦੇ, ਗੁੱਸਾ ਨਾ ਕਰਿਓ। ਅਸੀਂ ਸਾਡਾ ਵਾਹ ਪੈਂਦਾ ਰੋਜ਼। ਕਈਆਂ ਨੂੰ ਐਡੇ ਸੋਹਣੇ ਬੱਚੇ ਮਿਲੇ ਨਾ ਨਵੇਂ ਵਿਆਹੇ, ਉਹਨਾਂ ਨੇ ਬਾਬਾ ਜੀ ਹੱਥ ਧੋ ਬੈਠੋ ਪ੍ਰਸ਼ਾਦਾ ਛਕਾਉਣਾ, ਜਿਨ੍ਹਾਂ ਦੇ ਪਰਿਵਾਰਾਂ ਨੂੰ ਅਕਲ ਹੈ। ਮਗਰ ਮਗਰ ਫਿਰਦੀਆਂ ਬੱਚੀਆਂ ਚੂੜੇ ਪਾਏ, ਕਿੰਨਾ ਸਤਿਕਾਰ ਮਾਂ ਪਿਓ ਨੇ ਸਿਖਾਇਆ ਪੁੱਤ ਵੱਡਾ ਘਰ 'ਚ, ਤੇ ਕਈਆਂ ਦੇ ਬੂਦਰੀਆਂ ਹੀ ਨਹੀਂ ਰੋਕ ਆਉਂਦੀਆਂ, ਉਹਨਾਂ ਨੂੰ ਕੋਈ ਮਤਲਬ ਨਹੀਂ। ਮਾਸੀ ਆਈ, ਮਾਮਾ ਆਇਆ, ਬਾਬਾ ਜੀ ਆਏ, ਗੁਰੂ ਗ੍ਰੰਥ ਸਾਹਿਬ, ਉਹਨਾਂ ਤੇ ਆਪਦਾ ਫੈਸ਼ਨ ਹੀ ਕਰੀ ਜਾਣਾ। ਤੇ ਜਿਹਨੂੰ ਫਿਰ ਮਹਾਰਾਜ ਦੀ ਬਾਣੀ ਨੇ ਬਹੁਤ ਵੱਡੀ ਝਿੜਕ ਮਾਰੀ ਹੈ, ਉਹ ਕੀ ਹੈ? ਸੁਖਮਨੀ ਸਾਹਿਬ 'ਚ ਮਹਾਰਾਜ ਕਹਿੰਦੇ ਜੋ ਜਾਣੈ ਮੈਂ ਜੋਬਨ, ਕਹਿੰਦੇ ਜਿਹੜਾ ਉਹਦਾ ਮੂੰਹ ਸਿਰ ਹੀ ਸਵਾਰਦਾ ਰਹਿੰਦਾ 24 ਘੰਟੇ। ਅਗਲੀ ਪੰਕਤੀ ਤੁਸੀਂ ਪੜੋ। ਮਹਾਰਾਜ ਕਹਿੰਦੇ ਉਹ ਗੰਦਗੀ ਦਾ ਕੀੜਾ, ਜਿਹਦੇ ਕੋਲ ਸਿਮਰਨ ਨਹੀਂ, ਨਿਤਨੇਮ ਨਹੀਂ, ਸੇਵਾ ਨਹੀਂ, ਕਿਸੇ ਆਏ ਗਏ ਦਾ ਸਤਿਕਾਰ ਨਹੀਂ, ਬਸ ਆਪਦੇ ਲੀੜੇ ਕੱਪੜੇ ਤੇ ਆਪਦੇ ਨੇ ਮਤਲਬ। ਕਈ ਹੈਗੇ ਏਦਾਂ ਦੇ। ਤੋ ਮਹਾਰਾਜ ਨੇ ਉਹਨਾਂ ਨੂੰ ਕਿਹਾ ਵੀ ਜਿਹੜਾ ਆਪਣੇ ਆਪ ਨੂੰ 24 ਘੰਟੇ ਸੋਹਣਾ ਬਣਾਈ ਜਾਂਦਾ ਉਹ ਗੰਦਗੀ ਦਾ ਕੀੜਾ ਜੇ। ਤੋ ਬੇਬੇ ਨਾਨਕੀ ਕਹਿੰਦੇ ਬਾਪੂ ਜੀ 7 ਵਚਨ ਹੈ, ਮੈਂ ਜਿਸ ਤਰ੍ਹਾਂ ਤੁਸੀਂ ਕਹਿੰਦੇ ਉਸ ਤਰ੍ਹਾਂ ਕਰਾਂਗੀ। ਆਪਣੀ ਕਰਤ ਕ੍ਰਿਤ ਕੋਈ ਕਿਦੋ ਰਾਖੀ ਬਿਤ ਰਹੀਏ, ਨਚਿੰਤ ਚੇਤ ਲੇਤ ਨੈ ਤੋਰੀਆ। ਔਰ ਕਹਿੰਦੇ ਹਨ ਕਿ ਉਸ ਵੇਲੇ ਕਹਿੰਦੀ ਬਾਪੂ ਜੀ ਤੁਸੀਂ ਚਿੰਤਾ ਕਾਹਤੋਂ ਕਰਦੇ ਹੋ? ਤੇ ਮਹਿਤਾ ਜੀ ਕਹਿੰਦੇ ਬੇਟਾ ਚਿੰਤਾ ਕਿਉਂ ਨਾ ਕਰਾਂ, ਮੈਨੂੰ ਡਰ ਰਹਿੰਦਾ ਕਿਤੇ ਮੇਰੀ ਧੀ ਦਾ ਘਰ ਨਾ ਉਜਾੜ ਦੇ। ਆਖੋ ਸਤਨਾਮ। ਵੀ ਇਹਦਾ ਹੱਥ ਖੁੱਲਾ ਏ ਤੇ ਖੁੱਲੇ ਪੈਰੇ 'ਚ ਹੀ ਵਰਤੀ ਜਾਂਦਾ, ਤੇ ਕਿਤੇ ਮੇਰੀ ਬੇਬੇ ਦੇ ਘਰੋਂ ਪੈਸੇ ਨਾ। ਤੇ ਬੇਬੇ ਕਹਿੰਦੀ ਬਾਪੂ ਜਿੱਦਣ ਦਾ ਨਾਨਕ ਆਇਆ ਨਾ 1 ਰੁਪਈਆ ਮੇਰੇ ਪਰਸ 'ਚੋਂ ਨਹੀਂ ਲਿਆ, 1 ਵੀ ਰੁਪਈਆ। ਤੇ ਮੈਂ ਕਿੱਦਾਂ ਕਹਿਦਾ ਵੀਰੇ ਨੂੰ, ਬਾਬੇ ਨਾਨਕ ਨੂੰ, ਸਗੋਂ ਮੈਨੂੰ ਪਿਆਰ ਦੇ ਦਿੰਦਾ ਏ, ਪਰ ਮੈਂ ਕੀ ਕਰਾਂ ਹੁਣ ਬਾਪੂ, ਤੈਨੂੰ ਕਿੱਦਾਂ ਸਮਝਾਵਾਂ ਵੀ ਉਹ ਦੁਨੀਆ ਦੀਆਂ ਮੁੱਠਾਂ ਖੋਲਣ ਆਇਆ ਏ, ਤੇ ਤੂੰ ਉਹਦੀ ਮੁੱਠ ਬੰਦ ਕਰਾਉਣੀ ਚਾਹੁੰਦਾ ਏ ਜਿਹੜਾ ਦੁਨੀਆ ਨੂੰ ਵੰਡਣ ਸਿਖਾਉਣ ਆਇਆ। ਤੋ ਸਾਧ ਸੰਗਤ ਜੀ ਅੱਜ ਵੀ ਹਰਿਮੰਦਰ ਸਾਹਿਬ ਕੋਈ 50 ਤੋੜੇ ਦਾਲ ਚੜਾ ਗਿਆ, ਕੋਈ 50 ਪੀਪੇ ਦੇਸੀ ਘਿਓ,
ਤੇ ਨਾਮ ਨਹੀਂ ਦੱਸਿਆ। ਹਜੂਰ ਸਾਹਿਬ ਕਿਸੇ ਨੇ ਵੱਡਾ 18 ਟਾਇਰਾ ਟਰਾਲਾ ਦੇਸੀ ਘਿਓ ਦਾ ਲੱਦਿਆ, ਚਾਬੀ ਵਿੱਚੇ, ਨਾਮ ਨਹੀਂ ਦੱਸ ਕੇ ਗਿਆ। ਇਹ ਮਹਾਰਾਜ ਦੀ ਜਿਨ੍ਹਾਂ ਦੇ ਉੱਤੇ ਮਹਾਰਾਜ ਨੇ ਕਿਰਪਾ ਕੀਤੀਆਂ ਉਹ ਇਦਾਂ ਹੀ ਕਰਦੇ ਐ। ਤੇ ਜੇ ਬਾਬਾ ਨੇ ਇਦਾਂ ਕਰਦਾ ਤੇ ਫਿਰ ਅੱਜ ਕੌਣ ਦਿਲ ਕੱਢਦਾ। ਤੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਦਾਤੇ। ਸੱਚ ਹੈ ਅੱਜ ਵੀ ਕਈ ਪਰਿਵਾਰ ਇਦਾਂ ਦੇ ਆ ਜਿਹੜੇ ਹਜ਼ਾਰਾਂ ਟਨ ਰਾਸ਼ਨ ਗੁਰੂ ਦੇ ਨਾਨਕ ਦੇ ਘਰ ਪਾ ਰਹੇ ਐ, ਤੇ ਇੱਕ ਮੇਰੇ ਵਰਗੇ ਐ ਜਿਹੜੇ 24 ਘੰਟੇ ਗੁਰੂ ਘਰ ਦਾ ਖਾ ਰਹੇ। ਆਖੋ ਸਤਿਨਾਮ। ਉਹਨੇ ਖਵਾਉਣ ਵਾਲੇ ਵੀ ਭਾਏ ਆ ਤੇ ਦੇਣ ਵਾਲੇ ਵੀ। ਸੱਚ ਹੈ ਨਾ। ਤੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦਇਆ ਦੇ। ਇੱਕ ਦਿਨ ਇੱਕ ਸਿੰਘ ਆਇਆ ਇੱਥੇ, ਤੇ ਉਹਨੇ 40-45 ਹਜ਼ਾਰ ਰੁਪਈਆ ਭਾਵਨਾ ਦੇ ਨਾਲ ਤੇ ਮਹਾਰਾਜ ਦੇ ਖਜ਼ਾਨੇ 'ਚ। ਤੇ ਮੈਂ ਹੈਰਾਨ, ਮੈਂ ਕਿਹਾ ਜੀ ਕੋਈ ਸਰੋਪਾ? ਕਹਿੰਦੇ ਨਾ ਬਾਬਾ ਜੀ, ਚੜ੍ਹਦੀ ਕਲਾ। ਮੈਂ ਕਿਹਾ ਵਾਹ। ਤੇ ਮੈਨੂੰ ਆਪਣੇ ਆਪ ਨੂੰ ਵੀ ਆਇਆ ਵੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹਨੇ ਹੁਣ ਬੋਲ ਸੁਖਦੇਵ ਸਿਆ, ਹੁਣ ਬੋਲ। ਤੂੰ ਐਵੇਂ ਰੋਜ਼ ਕਥਾ 'ਚ ਕਰਦਾ ਰਹਿਣਾ ਰੁਪਈਆ ਟੇਕਦੇ ਰੁਪਈਆ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੈਂ ਤਾਂ ਏਦਾਂ ਦੀਆਂ ਰੂਹਾਂ ਬਿਠਾ ਕੇ ਬੈਠਾ ਏ ਜਿਹੜੀਆਂ ਮੇਰੇ ਲਾਲਾਂ ਵਾਸਤੇ ਮੰਜੇ ਜਿੰਨੀ ਜਗ੍ਹਾ 2 ਅਰਬ 50 ਕਰੋੜ 'ਚ ਵੀ ਖਰੀਦ ਲੈਂਦੀਆਂ। ਕਿਸੇ ਨੇ ਪੁੱਛਿਆ ਗੋਰੇ ਨੇ ਸਰਦਾਰ ਨੂੰ ਅਮਰੀਕਾ 'ਚ, ਕਹਿੰਦੇ ਸਿੰਘ ਸਾਹਿਬ ਕਿੱਥੋਂ ਆਏ ਹੋ? ਕਹਿੰਦਾ ਜੀ ਮੈਂ ਨਵੇਂ ਸ਼ਹਿਰ ਦਾ ਏ। ਕਹਿੰਦੇ ਵੀ ਤੁਹਾਡੇ ਤੋਂ ਇੱਕ ਸਵਾਲ ਕੁਐਸਚਨ ਪੁੱਛਣਾ। ਗੋਰੇ ਨੇ ਦਸਤਾਰ ਬੱਧੀ ਸੀ। ਕਹਿੰਦੇ ਪੁੱਛੋ। ਕਹਿੰਦੇ ਵੀ ਸਿੰਘ ਸਾਹਿਬ ਜੀ ਪੂਰੇ ਵਰਲਡ ਦੇ ਵਿੱਚ ਸਭ ਤੋਂ ਮਹਿੰਗੀ ਜਗ੍ਹਾ ਕਿੱਥੇ ਆ? ਉਹ ਕਹਿੰਦਾ ਤੁਹਾਡੇ ਅਮਰੀਕਾ 'ਚ। ਕਹਿੰਦੇ ਅਜੇ ਵੀ ਸੋਚ ਲਾ। ਕਹਿੰਦੇ ਨਹੀਂ, ਅਮਰੀਕਾ ਵਿੱਚ ਹੀ ਸਭ ਤੋਂ ਮਹਿੰਗਾ ਵੀ ਇੱਕ ਘਰ ਲੈਣਾ 1.5-2 ਕਰੋੜ ਦਾ, ਹੈ ਨਾ। ਤੇ ਉਹ ਅੱਗੋਂ ਗੋਰਾ ਕਹਿੰਦਾ ਸਰਦਾਰਾ ਕਿੱਥੇ ਚਲੇ ਗਏ ਤੁਸੀਂ? ਕਹਿੰਦਾ ਮੈਂ ਪੰਜਾਬ ਗਿਆ, ਪੂਰੀ ਦੁਨੀਆ ਦੀ ਰਿਸਰਚ ਕਰਦਾ ਕਰਦਾ ਲਾਲ ਕਿਲੇ ਗਿਆ, ਕੁਤਬ ਮੀਨਾਰ ਗਿਆ, ਹਰਿਮੰਦਰ ਸਾਹਿਬ ਗਿਆ। ਕਹਿੰਦਾ ਫਿਰ ਮੈਂ ਫਤਿਹਗੜ੍ਹ ਸਾਹਿਬ ਗਿਆ। ਉੱਥੇ ਜਾ ਕੇ ਮੈਂ ਇਤਿਹਾਸ ਪੜ੍ਹਿਆ, ਜਿੱਥੇ ਤੁਹਾਡੇ ਗੋਬਿੰਦ ਸਿੰਘ ਦੇ ਲਾਲਾਂ ਦਾ ਸੰਸਕਾਰ ਹੋਇਆ, ਪੂਰੇ ਵਰਲਡ ਦੇ ਵਿੱਚ ਸਭ ਤੋਂ ਮਹਿੰਗੀ ਥਾਂ ਉਹ, ਕਿਉਂਕਿ ਮੰਜੇ ਜਿੰਨੀ ਥਾਂ 2 ਅਰਬ 50 ਕਰੋੜ ਦੀ। ਮਾਣ ਕਰਿਆ ਕਰੋ। ਔਰ ਜਿੰਨਾ ਚਿਰ ਚੰਨ ਤਾਰੇ ਰਹਿਣਗੇ ਗੁਰੂ ਦੀ ਹਜ਼ੂਰੀ 'ਚ, ਕਹਿੰਦਾ ਮੂੰਹ ਛੋਟਾ ਏ, ਵਾਕਿਆ ਹੀ ਦੁਨੀਆ ਤੇ ਕੀ, ਜਿੰਨਾ ਚਿਰ ਧਰਤੀ ਤੇ ਦੁਨੀਆ ਵਸਦੀ ਹੈ ਨਾ, ਓਨੀ ਮਹਿੰਗੀ ਜਗ੍ਹਾ ਕਿਤੇ ਹੋਣੀ ਵੀ ਨਹੀਂ। ਇਹ ਨਹੀਂ ਹੋਣੀ। ਜਿੰਨਾ ਮਰਜ਼ੀ ਮਹਿੰਗਾਈ ਵਾਜੇ, ਪਹਿਲਾਂ ਮਰਲਾ ਹੁੰਦਾ ਸੀ 20,000 ਨੂੰ, ਤੇ ਅੱਜ ਮਰਲਾ ਚਲੇ ਗਿਆ 80 ਨੂੰ ਪਿੰਡਾਂ 'ਚ, ਤੇ ਸ਼ਹਿਰ 'ਚ 2-2.5 ਲੱਖ ਨੂੰ। ਪਰ ਇਹ ਨਾਲ ਨਾਲ ਵਧੀ ਜਾਣੀ ਹੈ, ਕਿਉਂਕਿ 78,000 ਮੋਹਰ ਜਿਹੜੀ ਸੀ ਨਾ, ਉਹਦਾ ਅੱਜ ਉਹਨਾਂ ਨੇ ਵੰਡੋ ਕਰਕੇ ਹਿਸਾਬ ਲਾਇਆ ਵੀ ਉਦੋਂ 78,000 ਤੇ ਅੱਜ ਦੀ ਉਹ 78 ਕਿੰਨੀ ਬਣਦੀ ਹੈ? 2 ਅਰਬ 50 ਕਰੋੜ। ਇਹ ਰਲਣੀ ਨਹੀਂ ਰਹਿੰਦੀ ਦੁਨੀਆ ਤੱਕ। ਮੇਰੇ ਲਾਲਾਂ ਦੀ ਜੈ ਜੈਕਾਰ ਹੈ। ਤੇ ਇਸ ਕਰਕੇ ਬੇਬੇ ਨਾਨਕੀ ਕਹਿੰਦੇ ਬਾਪੂ ਤੈਨੂੰ ਮੈਂ ਕਿੱਦਾਂ ਸਮਝਾਵਾਂ, ਮੇਰੇ ਘਰੋਂ ਰੁਪਈਆ ਨਹੀਂ ਖਾਂਦਾ ਕਦੇ ਮੇਰਾ ਵੀਰ, ਪਰ ਉਹਦਾ ਹੱਥ, ਉਹਦਾ ਦਿਲ, ਉਹਦੀ ਸੋਚ ਰੱਬ ਨੇ ਵੱਡੀ ਰੱਖੀ ਆ। ਤੇ ਵੱਡੇ ਦਿਲਾਂ ਵਾਲੇ, ਵੱਡੀਆਂ ਸੋਚਾਂ ਵਾਲੇ ਪ੍ਰਵਾਹ ਕੋਈ ਨਹੀਂ ਕਰਦੇ। ਤੇ ਇਸ ਕਰਕੇ ਸਾਧ ਸੰਗਤ ਜੀ ਮਾਣ ਹੁੰਦਾ ਹੈ। ਭਾਈ ਗੁਰਦਿਆਲ ਸਿੰਘ ਜੀ ਬੈਠੇ ਹੈ, ਇਹਨਾਂ ਦੀ ਜ਼ਬਾਨੀ ਹੈ, ਥੋੜੇ ਚਿਰ ਤੋਂ ਪਿਆਰ ਪਿਆ ਇਹਨਾਂ ਨਾਲ। ਭਾਈ ਸਾਹਿਬ ਹਜ਼ੂਰੀ 'ਚ ਬੈਠੇ ਨਾਲ ਦਾ, ਇਹਨਾਂ ਨੇ ਮੂੰਹੋਂ ਦਾਸ ਨੂੰ ਇਹ ਗੱਲ ਕਹੀ ਸੀ, ਕਹਿੰਦੇ ਭਾਈ ਸਾਹਿਬ ਜੀ ਕਿਸ ਗੱਡੀ ਤੇ ਮਰਜ਼ੀ ਹੱਥ ਰੱਖੋ, ਜਿਹੜੀ ਗੱਡੀ ਤੇ ਮਰਜ਼ੀ ਹੱਥ ਰੱਖੋ ਮੈਂ ਲੈ ਦਿੰਦਾ, ਵੇਖੋ ਭਾਵਨਾ। ਪਰ ਮੈਂ ਕਿਹਾ ਨਹੀਂ ਸੱਜਣਾ, ਤੇਰੇ ਪਿਆਰ ਦੀ ਕਦਰ ਹੈ। ਅਜੇ ਇਹਨਾਂ ਨੂੰ 1.5 ਮਹੀਨਾ ਹੋਇਆ ਜੁੜਿਆਂ ਨੂੰ, ਜਿਹਨੂੰ ਗੁਰੂ ਦਾ ਰਸ ਆਉਂਦਾ। ਤੋ ਅਸੀਂ ਕਿਤੇ ਸਮਾਗਮ ਤੇ ਗਏ ਤੇ ਗੱਡੀ 2 ਵਾਰ ਬੰਦ ਹੋਈ ਤੇ ਨਾ ਬਚਨ ਕੀਤਾ। ਤੋ ਸਾਧ ਸੰਗਤ ਜੀ ਵਾਕਈ ਉਹਦੇ ਘਰ ਦੀਆਂ ਖੇਡਾਂ ਉਹੀ ਜਾਣਦਾ, ਉਹੀ ਪਿਆਰ ਦੀ ਖੇਡ ਜਾਣਦਾ ਹੈ। ਜਿੱਥੇ ਜਿੱਥੇ ਕੋਈ ਵਸਦਾ, ਉਦਣ ਸਿੰਘ ਇੰਗਲੈਂਡ ਤੋਂ ਆਏ ਮਿਲਣ, ਉਹਨਾਂ ਬਾਹਰ ਕਥਾ ਸੁਣੀ ਸੀ ਤੇ ਕਹਿੰਦੇ 50 ਸਾਲਾਂ ਬਾਅਦ ਬੌਲੀ ਸਾਹਿਬ ਆਏ ਆ ਸਪੈਸ਼ਲ ਤੁਹਾਡੀ ਸੰਗਤ ਦੇ ਦੀਦਾਰ ਕਰਨ। ਜਿਨ੍ਹਾਂ ਨੂੰ ਕਦਰ ਤੇ ਜਿਨ੍ਹਾਂ ਨੂੰ ਨਹੀਂ, ਉਹ ਤੇ ਤੁਹਾਨੂੰ ਪਤਾ ਹੀ। ਆਖੋ ਸਤਿਨਾਮ। ਤੁਮਾਰੇ ਸੱਚੇ ਪਾਤਸ਼ਾਹ ਦੇ ਘਰ ਵੱਡੇ। ਤੇ ਬੇਬੇ ਕਹਿੰਦੀ ਮੈਂ ਕਿਵੇਂ ਸਮਝਾਵਾਂ ਬਾਪੂ, ਜਿਹੜੀਆਂ ਗੱਲਾਂ ਤੂੰ ਲੱਭਦਾ ਏ
ਉਹ ਤੇਰੇ ਪੁੱਤਰ 'ਚ ਨਹੀਂ ਲੱਭਣੀਆਂ। ਪਰ ਫਿਰ ਵੀ ਆਪਣੇ ਬਾਪੂ ਨੂੰ ਕਹਿੰਦੀ, ਪਿਤਾ ਜੀ ਤੁਸੀਂ ਚਿੰਤਾ ਨਾ ਕਰੋ। ਭੂਖੇ ਕੋ ਅਸਨ ਪੁਨ ਬਸਨ ਨਗਨ ਦਾਨੀ ਪੁਨਵਾਨ ਰੂਪ ਕਰੇ ਜਾਰੀ ਨ ਚੋਰੀਆ। ਔਰ ਇਸ ਤਰ੍ਹਾਂ ਕਰਕੇ ਕਹਿਣ ਲੱਗੇ, ਮੇਰਾ ਵੀਰ ਰੂਪ ਰੱਬ ਦਾ ਏ, ਕਿਸੇ ਦੀ ਚੋਰੀ ਨਹੀਂ ਕਰਦਾ, ਕਿਸੇ ਦਾ ਦਿਲ ਨਹੀਂ ਦਿਖਾਉਂਦਾ। ਤੇ ਬਾਪੂ ਤੂੰ ਪਰੇਸ਼ਾਨ ਕਿਉਂ ਨਾ, ਜਾਂ ਤਾਂ ਚੋਰੀ ਕਰੇ ਨਾਨਕ, ਜਾਂ ਕਿਸੇ ਦਾ ਸਮਾਨ ਚੁੱਕ ਕੇ ਲਿਆਵੇ, ਤੇ ਫਿਰ ਤੇਰੀ ਧੀ ਦੀ ਬਦਨਾਮੀ ਹੈ। ਪਰ ਉਹ ਇਦਾਂ ਦਾ ਕੋਈ ਕੰਮ ਨਹੀਂ ਕਰਦਾ। ਮੈਂ ਤੇ ਸਗੋਂ ਜਦੋਂ ਗਲੀ 'ਚ ਨਿਕਲਦੀ ਆਪਣੀਆਂ ਸਹੇਲੀਆਂ ਗੁਆਂਢਣਾਂ ਨਾ, ਸਾਰੀ ਗਲੀ ਦੇ ਵਿੱਚ ਜਿੰਨੇ ਮੰਗਤੇ ਮਿਲਦੇ ਕਹਿੰਦੇ ਧੰਨ ਨਾਨਕੀ, ਧੰਨ ਨਾਨਕੀ, ਧੰਨ ਨਾਨਕੀ, ਤੇਰਾ ਨਾਨਕ ਵੀ ਧੰਨ ਹੈ। ਇਸ ਕਰਕੇ ਸਾਧ ਸੰਗਤ ਜੀ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਜਿਨ੍ਹਾਂ ਨੇ ਕਮਾਈਆਂ ਕੀਤੀਆਂ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਜਿਨ੍ਹਾਂ ਨੇ ਕਮਾਈਆਂ ਕੀਤੀਆਂ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਜਿਨ੍ਹਾਂ ਨੇ ਕਮਾਈਆਂ ਕੀਤੀਆਂ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਜਿਨ੍ਹਾਂ ਨੇ ਕਮਾਈਆਂ ਕੀਤੀਆਂ। ਸਾਧ ਸੰਗਤ, ਕਮਾਈ ਆ ਤੁਸੀਂ ਰੋਜ਼ ਕਹਿੰਦੇ ਕਮਾਈ ਹੈ, ਕੁਛ ਨਹੀਂ ਆਪਾਂ ਕਿਸੇ ਨੂੰ ਲੈਣਾ, ਆਪਣੀ ਲੋੜ ਨੂੰ ਆਉਣੇ। ਇਹ ਜਿਹੜਾ ਚੌਂਕੜਾ ਤੁਸੀਂ ਮਾਰਦੇ ਆ ਨਾ, ਇਹ 10 ਗੁਣਾ ਵੱਧ ਜਾਣਾ। ਇਹ ਗੁਰੂ ਨਾਨਕ ਦਾ ਘਰ ਹੈ। ਕਿਸੇ ਦੇ ਘਰ ਕੋਈ 2 ਘੰਟੇ ਵੱਧ ਕੰਮ ਕਰੇ ਤੇ ਘਰ ਵਾਲੀ ਕਹਿੰਦੀ ਵੀ ਇਹਦੀ 200 ਦਿਹਾੜੀ ਨਾ ਅੱਜ 300 ਦੇ ਦਿਓ। ਵਿਆਹ ਦਾ ਦਿਨ, ਵਿਚਾਰੀ ਹਨੇਰਾ ਹੋ ਗਿਆ, ਬੱਚੇ ਘਰੇ ਡੀਕਦੇ ਹੋਣੇ ਕੰਮ ਵਾਲੀ, ਤੇ ਆਪਾਂ ਬੇਰ ਕੇ ਆਖੀਦਾ ਇਹਨੂੰ ਮਾਣ ਦਿਓ, ਨਾਲ ਭਾਜੀ ਪਾ ਦਿਓ, ਕੁੜੀਓ ਸੂਟ ਵੀ ਦੇ ਦਿਓ ਇੱਕ। ਇਹ ਤਾਂ ਵੱਡੇ ਦਾ ਦਰਬਾਰ ਹੈ। ਤੇ ਜਿਹੜਾ ਵੱਡੇ ਦੀ ਸਿਫਤ ਕਰਦਾ ਉਹ ਗਰੀਬ ਹੋ ਸਕਦਾ? ਨਹੀਂ ਨਾ ਹੋ ਸਕਦਾ। ਸਾਧ ਸੰਗਤ ਜੀ, ਇਸ ਕਰਕੇ ਇਸ ਘਰ ਦੇ ਉੱਤੇ ਬੜੀਆਂ ਰਹਿਮਤਾਂ, ਤੇ ਆਪਾਂ ਸਾਰੇ ਭਾਗਾਂ ਵਾਲੇ। ਵੇਖਿਓ ਕਿਤੇ ਕੋਈ ਤੁਹਾਨੂੰ ਰੋਕੇ ਟੋਕੇ, ਤੁਸੀਂ ਬੰਦੇ ਨੂੰ ਬੁਲਾਉਣਾ ਛੱਡ ਦਿਓ, ਪਰ ਗੁਰੂ ਅਰਜਨ ਸਾਹਿਬ ਦਾ ਘਰ ਨਾ ਛੱਡ ਦਿਓ। ਠੀਕ ਆ, ਬੰਦਿਆਂ ਦੇ ਗਿਲੇ ਸ਼ਿਕਵੇ ਮਰਦਿਆਂ ਤੱਕ ਚੱਲਦੇ ਰਹਿੰਦੇ, ਬੰਦੇ ਨਾ ਹੋਵੇ, ਬੰਦੇ ਦੀ ਖਾਤਰ ਇਸ ਘਰ ਨੂੰ ਨਹੀਂ ਛੱਡਣਾ। ਬਸ ਮਹਾਰਾਜ ਨਾਲ ਰਿਸ਼ਤਾ ਰੱਖਣਾ ਆਪਾਂ, ਕਿਉਂਕਿ ਬੰਦੇ ਦਾ ਤੇ 4 ਦਿਨ ਹੱਸ ਕੇ 10 ਦਿਨ ਰੋਕੇ ਹੈ। ਪਰ ਇਸ ਘਰ ਵਰਗਾ ਮਣੀ ਸਿੰਘ ਸਾਹਿਬ ਜੀ ਨੂੰ ਜਦੋਂ ਬੰਦ ਕੱਟਣ ਲੱਗੇ ਸੀ ਨਾ, ਤੇ ਜਲਾਦ ਕਹਿਣ ਲੱਗਾ, ਕਹਿੰਦੇ ਬਾਪੂ ਕੀ ਲੈਣਾ ਹੀ ਮਰ ਕੇ, ਤੇ ਤੈਨੂੰ ਨਹੀਂ ਪਤਾ ਤੇਰੇ ਪੁੱਤ ਪੋਤਰੇ ਕਿੰਨਾ ਪਿਆਰ ਕਰਦੇ, ਤੂੰ ਬੰਦ ਕਟਾਉਣਾ ਚਾਹੁੰਦਾ ਏ, ਜਾਂ ਛੱਡ ਦੇ ਸਿੱਖੀ, ਜਾਂ ਚਲਾ ਜਾ ਘਰ ਦੇ ਵਿੱਚ ਆਨੰਦ ਲੈ। ਤੇ ਉਹਦੇ ਅੰਦਰੋਂ ਆਵਾਜ਼ ਆਈ, ਕਹਿੰਦੇ ਜਲਾਦਾ ਤੂੰ ਆਪਣਾ ਟੋਕਾ ਤਿੱਖਾ ਕਰ ਲਾ, ਮੈਂ ਆਪਣਾ ਮਨ। ਤੇ ਜਲਾਦ ਕਹਿੰਦਾ ਵੀ ਟੋਕਾ ਤੇ ਪੱਥਰ ਨਾਲ ਤਿੱਖਾ ਹੋ ਜੂ, ਤੇ ਮਨ ਕਹਿੰਦੇ ਮੇਰਾ ਮਨ ਤਿੱਖਾ ਕਰਨ ਲਈ ਮੇਰੇ ਨਾਨਕ ਦਾ ਜਪਜੀ ਸਾਹਿਬ ਹੈ, ਮੇਰੇ ਗੁਰੂ ਅਰਜਨ ਸਾਹਿਬ ਦਾ ਸੁਖਮਨੀ ਸਾਹਿਬ ਹੈ। ਤੇ ਜਿਹੜੀ ਗੱਲ ਤੂੰ ਚਾਹਣਾ ਨਾ ਵੀ ਮੌਤ ਤੋਂ ਡਰ ਕੇ ਮੈਂ ਆਪਣਾ ਗੁਰੂ ਛੱਡ ਦਿਆਂ, ਇਹ ਕਦੇ ਨਹੀਂ ਹੋਣੀ। ਕਿਉਂਕਿ ਮੌਤ ਜ਼ਿੰਦਗੀ ਕਈ ਵਾਰੀ ਮਿਲੀ, ਤੇ ਕਈ ਵਾਰੀ ਮਰੇ, ਤੇ ਕਈ ਵਾਰੀ ਜੰਮੇ। ਤੁਸੀਂ ਕਹੋਗੇ ਬਾਬਾ ਕਿੱਦਾਂ? ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ, ਮਰ ਮਰ ਜੰਮੈ, ਜਮ ਜਮ ਮਰੈ ਫੇਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਆਪਾਂ ਕਈ ਵਾਰੀ ਮਰੇ ਜੇ ਅੱਗੇ, ਤੇ ਕਈ ਵਾਰੀ ਜੰਮੇ ਆ। ਕੇਤਿਆਂ ਕੇ ਬਾਪ ਕੇਤਿਆਂ ਕੇ ਬੇਟੇ, ਸਮਸਤ ਬਰੇਜ ਕਥਾ ਕਰਦਾ ਸੀ। ਕਹਿੰਦਾ ਮੈਨੂੰ 10 ਮਾਵਾਂ ਦੀਦੀਆਂ, ਅੱਜ ਵੀ ਸੋਝੀ ਜਿਨ੍ਹਾਂ ਦੇ ਪੇਟੋਂ ਮੈਂ ਧਰਤੀ ਤੇ ਆ ਗਿਆ ਏ। ਇਸ ਕਰਕੇ ਸੰਗਤੇ ਉਹ ਕਹਿੰਦੇ ਜਨਮ ਕਈ ਵਾਰੀ ਮਿਲੂ, ਤੇ ਕਈ ਵਾਰੀ ਮੌਤ। ਤੂੰ ਕਹਿੰਦਾ ਸਿੱਖੀ ਛੱਡ ਦੇ, ਜਨਮ ਮਿਲ ਜੂਗਾ, 100 ਵਾਰਾ ਮਿਲ ਜੂਗਾ, ਪਰ ਗੁਰੂ ਗੋਬਿੰਦ ਸਿੰਘ ਵਰਗਾ ਪਿਓ ਵਾਰ-ਵਾਰ ਨਹੀਂ ਮਿਲਦਾ। ਸਤਿ ਸ਼੍ਰੀ ਅਕਾਲ। ਗੁਰੂ ਅਰਜਨ ਸਾਹਿਬ ਵਰਗਾ ਤਖਤ ਨਹੀਂ ਆਪਾਂ ਨੂੰ ਮਿਲਣਾ। ਹੋ ਸਕਦਾ ਆਪਣਾ ਅਗਲਾ ਜਨਮ ਕੈਨੇਡਾ ਅਮਰੀਕਾ ਹੋ ਜੇ, ਇਹ ਮੰਗ ਹੁੰਦੀ ਨਾ ਕਈਆਂ ਦੀ ਸੇਵਾ ਸਿਮਰਨ ਕਰਦੇ ਆ ਵੀ ਉੱਥੇ ਹੁੰਦੇ। ਹੋ ਸਕਦਾ ਅਗਲਾ ਜਨਮ ਕਿਸੇ ਗੋਰੇ ਦੇ ਘਰ ਹੋ ਜੇ, ਜੰਮਦੇ ਕਰੋੜਾਂਪਤੀ। ਹੋ ਸਕਦਾ ਅਗਲਾ ਜਨਮ ਕਿਸੇ ਸ਼ੇਖ ਦੇ ਘਰ ਹੋ ਜੇ, ਕਰੋੜਾਂ ਦੇ ਮਾਲਕ ਹੈ, ਪਰ ਗੁਰੂ ਅਰਜਨ ਸਾਹਿਬ ਵਰਗਾ ਬਾਪੂ ਨਹੀਂ ਲੱਭਣਾ। ਇਸ ਕਰਕੇ ਬਾਬਾ ਮਣੀ ਸਿੰਘ ਕਹਿੰਦਾ ਛੇਤੀ ਛੇਤੀ ਕੱਟ ਦੇ ਬੰਦ, ਮੇਰਾ ਬੜਾ ਜੀ ਕਰਦਾ ਛੇਤੀ ਛੇਤੀ ਮੈਂ ਆਪਣੇ ਪਿਆਰੇ ਦੀ ਗੋਦੀ 'ਚ ਜਾਵਾਂ। ਇਹਨੂੰ ਕਹਿੰਦੇ ਰੱਤੇ ਇਸ਼ਕ ਖੁਦਾਏ,
ਰੰਗ ਦੀਦਾਰ ਕੇ। ਤੋ ਬੇਬੇ ਨੂੰ ਇਸ਼ਕ ਹੋਇਆ ਪਿਆ ਏ ਤੇ ਪਟਵਾਰੀ ਸਾਹਿਬ ਨੂੰ ਲਾਲਚ ਹੋਇਆ ਪਿਆ। ਹੁਣ ਲਾਲਚੀ ਬੰਦੇ ਦਾ ਤੇ ਇਸ਼ਕ ਵਾਲੇ ਦਾ ਕਦੇ ਮੇਲ ਨਹੀਂ ਹੁੰਦਾ। ਕਰੇ ਜੇ ਕੋ ਕਰਮ ਨਿਵਾਰਨ ਧਰਮ ਤਾਕੋ, ਲਗੇ ਜਿਸ ਕਰਮ ਧਰਮ ਤਾਏ ਹੋਰੀਆ। ਕਹਿੰਦੀ ਬਾਪੂ ਇਹ ਗੱਲ ਦੱਸ, ਕਿਸੇ ਦਾ ਬੱਚਾ ਮਾੜੇ ਬੰਨੇ ਲੱਗਾ ਹੋਵੇ ਕੋਈ ਰੋਕੇ ਚੰਗਾ ਲੱਗਦਾ? ਹੁਣ ਸਾਰਾ ਸੁਲਤਾਨਪੁਰ ਤੇ ਵਧਾਈਆਂ ਦੇਣ ਦਿਆ, ਧੰਨ ਧੰਨ ਕਰਨ ਦਿਆ, ਹਰ ਘਰ ਚ ਅੱਗ ਬਲਣ ਦਈ, ਹਰ ਘਰ ਚ ਤਵੇ ਤੇ ਰੋਟੀ ਪੈਣ ਦਈ। ਤੂੰ ਬਾਪੂ ਕਰਮਾਂ ਵਾਲਾ ਏ, ਤੈਨੂੰ ਏਦਾਂ ਦਾ ਪੁੱਤ ਮਿਲਿਆ ਏ, ਪਰ ਤੂੰ ਉਲਟ ਕਿਉਂ ਚੱਲਣ ਦਿਆ? ਤੇ ਸੰਗਤੇ ਅੱਜ ਵੀ ਇਦਾਂ ਹੀ ਹੈ। ਕਿਸੇ ਦਾ ਬੱਚਾ ਨਸ਼ੇ ਤੇ ਲੱਗੇ, ਪਤਤ ਪੁਣੇ ਤੇ ਲੱਗੇ, ਪੁੱਠੇ ਪਾਸੇ, ਉਹਨੂੰ ਕੋਈ ਨਹੀਂ ਰੋਕੂ। ਜਦੋਂ ਉਹ ਬੱਚਾ ਗੁਰੂ ਘਰ ਆ ਗਿਆ, 4 ਦਿਨ ਉਹਨੇ ਮੱਥਾ ਟੇਕਿਆ, ਇੱਥੇ ਜੁੜ ਗਿਆ, ਤੇ ਸਾਰਿਆਂ ਕਹਿਣਾ ਵੀ ਇਹ ਆਉਂਦਾ ਕਿਉਂ? ਇਹ ਅੱਜ ਵੀ ਇਦਾਂ ਹੀ ਪੁੱਠਾ ਚੱਕਰ ਚੱਲਦਾ ਵੀ ਕਿਸੇ ਦੀ ਜਵਾਨ ਧੀ 10 ਦਿਨ ਗੁਰਦੁਆਰੇ ਇਕੱਲੀ ਆ ਜੇ ਤੇ ਪਤਾ ਨਹੀਂ ਕੀ ਬਕਵਾਸ ਕਰਦੇ, ਤੇ ਉਹੀ ਬੱਚਾ ਕਿਤੇ ਬਾਹਰ ਤੁਰਿਆ ਫਿਰੇ, ਕੋਈ ਨਹੀਂ ਬੋਲੂ। ਹੁਣ ਇਹੀ ਬੇਬੇ ਨੇ ਡਿਸੀਜਨ ਲਿਆ, ਕਹਿੰਦੀ ਬਾਪੂ ਠੀਕ ਮੇਰਾ ਪਿਓ ਹੈ, ਪਹਿਲੋਂ 7 ਵਚਨ ਕਹਿ ਕੇ ਨਾ ਠੰਡਾ ਕਰ ਲਿਆ। ਇਹਨੂੰ ਕਹਿੰਦੇ ਚਪੇੜ ਵੀ ਮਾਰਨੀ ਤੇ ਰੋਣ ਵੀ ਨਹੀਂ ਦੇਣਾ। ਇੱਕ ਤਰੀਕਾ ਹੁੰਦਾ ਹੱਸਦਾ ਨਿੱਕਾ ਜਿਹਾ ਕਾਕਾ, ਵੀ ਚਪੇੜ ਮਾਰਨੀ ਤੇ ਰੋਣ ਵੀ ਨਹੀਂ ਦੇਣਾ। ਇੱਕ ਕਹਾਵਤ ਹੋਰ ਹੈ ਵੀ ਆਖਾਂ ਧੀ ਨੂੰ ਤੇ ਸਮਝਾਵਾਂ ਨੌਂ ਨੂੰ। ਇਹ ਉਹ ਚੀਜ਼ ਚੱਲ ਰਹੀ ਹੈ ਵੀ ਪਹਿਲੋਂ ਸਤਿਕਾਰ ਦੇ ਕੇ ਪਿਆਰ ਦੇ ਕੇ ਬਿਠਾ ਲਿਆ, ਤੇ ਜਦੋਂ ਬਾਪੂ ਖੁਸ਼ ਜਿਹਾ ਹੋ ਗਿਆ, ਹੁਣ ਬੇਬੇ ਨੇ ਵੀਰਵਾਲ ਦੀ ਗੱਲ ਕਰਤੀ। ਪਹਿਲਾਂ ਵੇਖਿਆ ਵੀ ਮੱਥਾ ਸਹੀ, ਹੁਣ ਕਿਤੇ ਗੁੱਸੇ ਚਦੀ ਆ। ਜਦੋਂ ਹੱਸਦਾ ਹੱਸਦਾ ਕਹਿੰਦਾ ਪੁੱਤ ਰਿਸ਼ਤੇ ਦੀ ਗੱਲ ਸੁਣਾਈ, ਵੈਸੇ ਖੁਸ਼ ਹੋ ਗਿਆ। ਤੇ ਜਦੋਂ ਖੁਸ਼ ਹੋ ਗਿਆ ਤੇ ਬੇਬੇ ਸਿਆਣੀ ਸੀ, ਉਹਨੂੰ ਪਤਾ ਹੁਣ ਲੋਹਾ ਗਰਮ ਹੈ, ਤਵਾ ਗਰਮ ਹੈ, ਤੇ ਪ੍ਰਸ਼ਾਦਾ ਉਦੋਂ ਪਾਈਦਾ ਨਾ ਭੈਣੋ, ਤਵਾ ਗਰਮ ਤੇ ਠੰਡੇ ਤੇ ਥੋੜਾ ਪ੍ਰਸ਼ਾਦਾ ਸੁੱਕ ਜਾਂਦਾ। ਤੇ ਬੇਬੇ ਵਰਗਾ ਕੌਣ ਹੋ ਸਕਦਾ ਜਿਹਨੇ ਰੱਬ ਨੂੰ ਪਹਿਲਾਂ ਸਿੱਖ ਹੈ। ਤੇ ਬੇਬੇ ਨੂੰ ਪਤਾ ਹੁਣ ਬਾਪੂ ਖੁਸ਼ ਹੈ, ਲੱਗਦੇ ਹੱਥ ਸੇਵਾ ਕਰਦਾ ਥੋੜੀ ਜੀ। ਕਹਿੰਦੀ ਬਾਪੂ ਮੈਨੂੰ ਤੇਰੀ ਸਮਝ ਨਹੀਂ ਆਉਂਦੀ, ਕਰੇ ਜੇ ਕੋ ਕਰਮ ਨਿਵਾਰਨ ਧਰਮ ਤਾ ਕੋ ਲਗੇ ਸੋ ਸੋ ਕਰਮ ਧਰਮ ਤਾ ਹੋਰੀਆ। ਕਹਿੰਦੇ ਬਾਪੂ ਨਾਨਕ ਤੇਰਾ ਮਾੜਾ ਕੀ ਕਰਦਾ? ਨੰਗੇ ਨੂੰ ਕੱਪੜਾ ਦੇਣਾ ਗਲਤ ਹੈ? ਭੁੱਖੇ ਨੂੰ ਰੋਟੀ ਦੇਣੀ ਗਲਤ ਹੈ? ਸਹੀ ਹੈ। ਤੇ ਕਹਿੰਦੇ ਜਿਹਦੇ ਅੰਦਰ ਬੱਚੇ ਰੋਂਦੇ ਉਹਨੂੰ ਆਟਾ ਦੇਣਾ ਗਲਤ ਹੈ? ਪਟਵਾਰੀ ਸਾਹਿਬ ਕਹਿੰਦੇ ਵੀ ਹੈ ਤੇ ਸਹੀ ਆ। ਤੇ ਫਿਰ ਕਹਿੰਦੇ ਤੁਸੀਂ ਕਿਉਂ ਉਹਨੂੰ ਵਾਰ-ਵਾਰ ਏਦਾਂ ਕਰਦੇ ਹੋ ਵਿਚਾਰੇ ਨੂੰ, ਕਿਉਂ ਉਹਦੇ ਤੁਸੀਂ ਖਹਿੜੇ ਪੈਂਦੇ ਹੋ? ਜਾਨੋ ਤਾਤ ਇਹ ਗਤ ਪ੍ਰਾਤੇ, ਦੇਤ ਫਕੀਰ ਖਵਾਏ ਜਹਾਂ ਤੈ। ਔਰ ਕਹਿੰਦੇ ਹਨ ਕਿ ਪਟਵਾਰੀ ਸਾਹਿਬ ਜੀ ਹੁਣ ਚੁੱਪ ਹੋ ਗਏ, ਕਿਉਂਕਿ ਜਵਾਬ ਨਹੀਂ ਹੈਗਾ। ਤੇ ਅਗਲੀ ਗੱਲ ਕਹਿੰਦੀ, ਫਿਰ ਭੈਣ ਜੀ ਬੇਬੇ ਕਹਿਣ ਲੱਗੀ ਵੇਖੋ ਪਿਤਾ ਜੀ, ਜੇ ਨਾਨਕ ਅਜ ਕਮਾਈ ਕਰਦਾ ਏ, ਆਪਦੀ ਕਮਾਈ ਕਰਦਾ, ਸਾਰਾ ਦਿਨ ਵਿਚਾਰਾ ਹੱਟੀ ਤੇ ਬਹਿੰਦਾ ਏ, ਚੱਲ ਉਹਦੀ ਫਿਦਰਤ ਆ ਵੀ ਉਹ ਜਿੰਨੇ ਪੈਸੇ ਬਚਦੇ ਆ, ਦੇਤ ਫਕੀਰ ਖਵਾਏ ਜਹਾਂ ਤੈ, ਵੀ ਜਦੋਂ ਉਹਨੂੰ ਕੋਈ ਰੱਬ ਦੀ ਬੰਦਗੀ ਵਾਲਾ, ਕੋਈ ਬੰਦਗੀ ਵਾਲਾ ਰੂਹ ਮਿਲਦੀ ਤੇ ਉਹਨੂੰ ਫਿਰ ਉਹ ਦੇ ਦਿੰਦਾ। ਇੱਥੋਂ ਸਮਝ ਆਈ ਕੋਈ? ਵੀ ਗੁਰੂ ਨਾਨਕ ਸਾਹਿਬ ਸਭ ਤੋਂ ਜ਼ਿਆਦਾ ਉਹਦਾ ਖਿਆਲ ਰੱਖਦੇ ਜਿਹੜਾ ਰੱਬ ਰੱਬ ਕਰਦਾ। ਤੇ ਤੁਸੀਂ ਕਿੱਦਾਂ ਫਿਕਰ ਕਰਦੇ ਹੋ ਵੀ ਭੁੱਖੇ ਮਰ ਜਾਾਂਗੇ? ਜਿਹੜਾ ਬੰਦਾ ਸੰਗਤ ਵਿੱਚ ਆਉਂਦਾ, ਸੇਵਾ ਕਰਦਾ, ਨਿਤਨੇਮ ਸਵੇਰੇ ਉੱਠਦਾ, ਉਹਨੂੰ ਭੁੱਖਾ ਨਹੀਂ ਮਰਨ ਦਿੰਦਾ। ਕਹਿੰਦੇ ਕਮਲਿਆ ਇੱਕ ਟਾਹਣੀ ਤੇ ਪੰਛੀ ਰਾਤ ਨੂੰ ਬਹਿੰਦਾ 2 ਲੱਤਾਂ ਵਾਲਾ, ਤੇ ਕਦੇ ਪੰਛੀ ਡਿੱਗਾ ਵੇਖਿਆ ਨੀਂਦ 'ਚ? ਜਿਹੜਾ ਪੰਛੀ ਨੂੰ ਟਾਹਣੀ ਤੋਂ ਡਿੱਗਣ ਨਹੀਂ ਦਿੰਦਾ, ਕੀੜਿਆਂ ਨੂੰ ਪੱਥਰਾਂ 'ਚ ਦਿੰਦਾ ਏ, ਮੱਛੀਆਂ ਨੂੰ ਜਲ 'ਚ ਦਿੰਦਾ ਏ, ਤੂੰ ਕਾਤੋਂ ਫਿਕਰ ਕਰਦਾ? ਤੈਨੂੰ ਵੀ ਦੇਊਗਾ। ਇਸ ਕਰਕੇ ਬੇਬੇ ਨੇ ਅੱਜ ਪੂਰੀ ਸੇਵਾ ਕਰਤੀ ਬਾਪੂ ਦੀ। ਕਹਿਣ ਲੱਗੀ ਉਹ ਸਾਰਾ ਦਿਨ ਹੱਟੀ ਤੇ ਬਹਿੰਦਾ ਵਿਚਾਰਾ, ਭੁੱਖਾ ਤੇ ਆਇਆ, ਤੇ ਸ਼ਾਮਾਂ ਨੂੰ ਜਿੰਨੇ ਬਚਦੇ ਆ ਕਿਸੇ ਦੀ ਚੋਰੀ ਤੇ ਨਹੀਂ ਕਰਦਾ, ਕਿਸੇ ਦਾ ਦਿਲ ਤੇ ਨਹੀਂ ਦਿਖਾਉਂਦਾ, ਆਪਣੀ ਕਮਾਈ ਵੰਡਦਾ। ਫਿਰ ਤੈਨੂੰ ਚੰਗਾ ਕਿਉਂ ਨਹੀਂ ਲੱਗਦਾ? ਹੁਣ ਉਹਦੀ ਖੁਸ਼ੀ ਹੈ। ਆਪਾਂ ਸ਼ਾਮਾਂ ਨੂੰ ਸਾਰੇ ਕਾਰੋਬਾਰ ਵਾਲੇ, ਹਰ ਬੰਦਾ ਬਿਜ਼ਨਸਮੈਨ, ਬਾਹਰ ਵੀ ਬੱਚੇ, ਸ਼ਾਮਾਂ ਨੂੰ ਜਿੰਨੀ ਦਿਹਾੜੀ ਬਣਦੀ ਤੇ ਆਪਾਂ ਉਹਨੂੰ ਗੱਲੇ 'ਚ ਪਾ ਦਈਦਾ ਵੀ ਮਹੀਨੇ ਬਾਅਦ ਮੈਂ ਪਿੰਡ ਭੇਜਣੇ ਆ, ਜੋ ਜਿੱਦਾਂ ਵੀ। ਹੁਣ ਗੁਰੂ ਨਾਨਕ ਸਾਹਿਬ ਦਾ ਆਪਣਾ ਸੁਭਾਅ ਸੀ, ਉਹ ਦੁਨੀਆ ਨੂੰ ਸਮਝਾਉਣ ਆਏ ਸੀ ਵੀ ਖਾਵੋ ਖਰਚੋ ਰਲ ਮਿਲ ਭਾਈ। ਤੇ ਇਹ ਗੱਲ ਜੇ ਕਿਤੇ ਅੱਜ ਸਾਡਾ ਪੰਜਾਬ ਸਮਝ ਲੈ, ਗਰੀਬ ਥੋੜਾ। ਇੱਕ ਮੰਤਰੀ ਦਾ 450 ਕਰੋੜ ਜਮਾ, ਤੇ ਜੇ ਉਹ 450 ਕਰੋੜ ਬਾਹਰ ਆ ਜੇ ਤੇ ਗਰੀਬੀ ਰਹਿ ਜੂ ਕਿਤੇ? ਕੋਈ ਰਹਿ ਸਕਦਾ ਭੁੱਖਾ? ਨਹੀਂ ਹੋ ਸਕਦਾ। ਪਰ ਇਹੀ ਚੱਕਰ ਮਾਰੀ ਜਾਂਦਾ ਹੈ ਕਿ ਬਾਹਰਲੇ ਆਪ ਵੀ ਇੱਕੋ ਜਿਹੇ ਤੇ ਜਨਤਾ ਵੀ ਇੱਕੋ ਜਿਹੀ ਹੈ। ਇੱਥੇ ਜਿਹੜੇ ਇੱਕ ਵਾਰੀ ਬਣ ਜਾਂਦੇ ਉਹ ਕਹਿੰਦੇ ਇਕੱਠਾ ਕਰ ਲਓ,
ਬਸ ਇੱਕੇ ਵਾਰੀ ਮੌਕਾ ਮਿਲਿਆ, ਕੁਰਸੀ ਤੇ ਬਹਿ ਕੇ ਇੰਨਾ ਕੁ ਇਕੱਠਾ ਕਰ ਲਓ, ਮੁੜ ਕੇ ਕਿਹੜਾ ਬਣਨਾ ਆਪਾਂ। ਕਈ ਤੇ ਮੂੰਹੋਂ ਕਹਿੰਦੇ ਹੁੰਦੇ ਇੱਕ ਵਾਰ ਸਰਕਾਰ ਆਈ ਚੱਟ ਲਓ ਪਤੀਲੇ, ਮੁੜ ਕੇ ਤੇ ਨਹੀਂ ਵਾਰੀ ਆਉਣੀ। ਸਾਡੀ ਸੋਚ ਹੀ ਮਾੜੀ ਆ, ਅਸੀਂ ਚਾਹੁੰਦੇ ਹੀ ਨਹੀਂ ਦੂਜੀ ਵਾਰੀ ਬਣਨਾ, ਕਹਿੰਦੇ ਇੱਕ ਵਾਰੀ ਮੌਕਾ ਆ ਜੇ ਬਸ, ਫਿਰ ਨਹੀਂ ਲਈਦੇ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਐ, ਦਇਆ ਕਰਦੇ ਐ। ਤੋ ਮਹਾਰਾਜ ਦੇ ਬੇਬੇ ਭੈਣ ਜੀ ਨਾਨਕੀ ਜੀ ਕਹਿੰਦੇ ਬਾਪੂ ਉਹ ਆਪਣੀ ਮਿਹਨਤ ਕਰਕੇ ਦਾਨ ਕਰਦਾ, ਤੂੰ ਕਿਉਂ ਦੁਖੀ ਹੈ? ਲੋਭ ਨਹੀਂ ਤੈਕੇ ਔਰ ਅੰਤਰ, ਦਾਨ ਵਿਕੇ ਮਤ ਜਾਨ ਨਿਰੰਤਰ। ਕਹਿੰਦੇ ਉਹ ਲੋਭੀ ਨਹੀਂ ਹੈ, ਉਹਨੂੰ ਆਦਤ ਨਹੀਂ ਜੋੜਨ ਦੀ, ਪੈਸੇ ਗਿਣਨ ਦੀ। ਬਸ ਉਹਨੂੰ ਇੰਨਾ ਕੁ ਆਨੰਦ ਆਉਂਦਾ ਵੀ ਸਾਰਾ ਦਿਨ ਸੌਦਾ ਵਰਤਾਉਂਦਾ ਵਾ, ਇਮਾਨਦਾਰੀ ਨਾਲ ਡਿਊਟੀ ਕਰਦਾ, ਦੌਲਤ ਖਾਂਦਾ ਵੀ ਹਿਸਾਬ ਦੇ ਕੇ ਆਉਂਦਾ, ਪਰ ਜਿੰਨੇ ਉਹਦੇ ਬਚਦੇ ਮਹੀਨੇ ਦਾ 15-16 ਉਹ ਕੋਲੇ ਨਹੀਂ ਰੱਖਦਾ। ਬਸ ਇਹੋ ਇੱਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ। ਔਰ ਕਹਿੰਦੇ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਗੱਲ ਚੱਲੀ ਨਾ, ਤੇ ਅਬ ਜੇਠ ਜਿਹੜਾ ਆਇਆ ਸੀ ਵਕੀਲ, ਉਹਨੇ ਗੁਰੂ ਨਾਨਕ ਜੇਠ ਮਲਾਨੀ, ਉਹਨੇ ਇੱਕ ਗੱਲ ਕਹੀ ਸੀ, ਕਹਿੰਦਾ ਸੀ ਭਿੰਡਰਾਂ ਵਾਲੇ 'ਚ ਇੱਕੋ ਕਮਜ਼ੋਰੀ ਸੀ, ਬਾਕੀ ਸਾਰੇ ਪਾਸੇ ਠੀਕ ਸੀ। ਕਹਿੰਦਾ ਇੱਕੋ ਉਹਦੇ ਵਿੱਚ ਮਾੜੀ ਗੱਲ ਸੀ, ਕਹਿੰਦੇ ਉਹ ਕੀ? ਕਹਿੰਦੇ ਭਿੰਡਰਾਂ ਵਾਲਾ ਲਾਲਚੀ ਨਹੀਂ ਸੀ, ਬਸ ਇਹੀ ਉਹਦੀ ਇੱਕ ਕਮਜ਼ੋਰੀ ਸੀ। ਬਾਕੀ ਸਭ ਲਾਣਾ ਜਿੰਨੇ ਵੀ ਸਨ ਸਭ ਲਿਫਾਫਿਆਂ ਤੇ ਮਰ ਗਏ। ਉਹਦੀ ਇੱਕੋ ਕਮਜ਼ੋਰੀ ਸੀ ਵੀ ਉਹਨੇ 1 ਅਰਬ ਅਮਰੀਕਨ ਡਾਲਰ ਅਗਲਿਆਂ ਅੱਗੇ ਰੱਖਤਾ ਵੀ ਇਹ ਤੁਸੀਂ ਲੈ ਲਓ ਤੇ ਛੱਡ ਦਿਓ ਸਾਥ, ਪਰ ਉਹਦੀ ਇਹ ਕਮਜ਼ੋਰੀ ਸੀ, ਉਹਨੇ ਠੁੱਡ ਮਾਰ ਕੇ ਕਹਿਤਾ ਭਾਈ ਮੈਂ ਗੁਰੂ ਰਾਮਦਾਸ ਨੂੰ ਨਹੀਂ ਛੱਡਣਾ, ਜਿੱਦਣ ਅੱਖਾਂ ਮੀਟੀਆਂ ਮਾਇਆ ਇੱਥੇ ਪਈ ਰਹਿ ਜਾਣੀ। ਕਹਿੰਦਾ ਇਹ ਕਮਜ਼ੋਰੀ ਸੀ ਉਹਦੇ ਅੰਦਰ, ਜੇ ਕਿਤੇ ਇਹ ਕਮਜ਼ੋਰੀ ਨਾ ਹੁੰਦੀ ਤੇ ਸੰਤ ਵੀ ਖਰੀਦ ਲਿਆ ਸੀ। ਪਰ ਸੰਗਤੇ ਪੋਸਟਰ ਵਿਕਦੇ ਹੀ ਉਹਨਾਂ ਦੇ ਐ ਜਿਨ੍ਹਾਂ ਦੀਆਂ ਜ਼ਮੀਰਾਂ ਨਹੀਂ ਵਿਕਦੀਆਂ, ਫੋਟੋਆਂ ਵਿਕੜੀਆਂ ਹੀ ਉਹਨਾਂ ਦੀਆਂ ਜਿਨ੍ਹਾਂ ਦੇ ਜ਼ਮੀਰ ਨਹੀਂ ਵਿਕਦੇ। ਜਿਨ੍ਹਾਂ ਦੇ ਵਿਕ ਗਏ ਉਹਨਾਂ ਦੀ ਫੋਟੋ ਵਿਕੀ ਕਦੇ? ਉਹਨਾਂ ਦੀ ਫੋਟੋ ਤੇ ਛਿੱਤਰਾਂ ਦੇ ਹਾਰ ਤਾਂ ਪੈਂਦੇ ਵੇਖੇ ਐ, ਉਹਨਾਂ ਦੇ ਪੋਸਟਰ ਤੇ ਮੂੰਹ ਕਾਲਾ ਹੁੰਦਾ ਵੇਖਿਆ, ਪਰ ਉਹਨਾਂ ਦੇ ਪੋਸਟਰ ਗੱਡੀਆਂ ਤੇ ਝੱਗਿਆਂ ਤੇ ਨਹੀਂ ਲੱਗਦੇ, ਕਿਉਂਕਿ ਜਿਹੜੇ ਆਪ ਵਿਕ ਜਾਂਦੇ ਐ ਉਹਨਾਂ ਦੇ ਪੋਸਟਰ ਕੋਈ ਨਹੀਂ ਲੈਂਦਾ, ਜਿਹੜੇ ਆਪ ਨਹੀਂ ਵਿਕਦੇ ਉਹਨਾਂ ਦੀਆਂ ਤਸਵੀਰਾਂ ਵਿਕਦੀਆਂ। ਅੱਜ ਬਾਬੇ ਨਾਨਕ ਦੀ ਘਰ ਘਰ ਅੰਦਰ ਕਹਾਣੀ ਹੈ, ਘਰ ਘਰ ਬਾਬਾ ਗਾਵੀ ਹੈ, ਸਾਰੇ ਘਰਾਂ 'ਚ ਸ਼ਬਦ ਪੜ੍ਹਿਆ ਗਿਆ, ਮਿੱਟੀ ਧੁੰਦ ਜਗ। ਇਸ ਕਰਕੇ ਸਾਧ ਸੰਗਤ ਬੜਾ ਪਿਆਰਾ ਪ੍ਰਸੰਗ, ਸਤਿਗੁਰੂ ਦਾ ਸਮਾਂ ਸਮਾਪਤ ਹੋ ਗਿਆ। ਕੱਲ ਨੂੰ ਅੱਗੇ ਚੱਲਾਂਗੇ। ਇੱਕ ਧੀ ਤੇ ਬਾਪ ਦੀਆਂ ਗੱਲਾਂ ਅੱਜ ਆਪਾਂ ਸੁਣੀਆਂ ਜੀ। ਗੁਰ ਵਡਭਾਗੀ ਪਾਇਆ ਐਸਾ, ਗੁਰ ਵਡਭਾਗੀ ਪਾਇਆ, ਗੁਰ ਵਡਭਾਗੀ ਪਾਇਆ ਐਸਾ, ਗੁਰ ਵਡਭਾਗੀ ਪਾਇਆ। ਭੂਲੇ ਮਾਰਗ ਜਿਨੈ ਬਤਾਇਆ, ਭੂਲੇ ਮਾਰਗ ਜਿਨੈ ਬਤਾਇਆ, ਭੂਲੇ ਮਾਰਗ ਜਿਨੇ ਬਤਾਇਆ, ਭੂਲੇ ਮਾਰਗ ਜਿਨੇ ਬਤਾਇਆ। ਗੁਰ ਵਡਭਾਗੀ ਪਾਇਆ ਐਸਾ, ਗੁਰ ਵਡਭਾਗੀ ਪਾਇਆ, ਗੁਰ ਵਡਭਾਗੀ ਪਾਇਆ ਐਸਾ, ਗੁਰ ਵਡਭਾਗੀ ਪਾਇਆ। ਵਾਹਿਗੁਰੂ ਜੀ ਕਾ ਖਾਲਸਾ